हाँ जी हाँ जी मैम। सुन रही है। हाँ जी। ਅੱਛਾ ਚੈਪਟਰ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਭੇਜਿਆ ਸੀ ਤੁਸੀਂ ਕਾਪੀਆਂ ਤੇ ਕਰ ਲਿਆ। हेलो और भी अर्शदीप क्या हाल है। मैडम जी सत श्री अकाल जी। सत श्री अकाल क्या हाल है। ਓਏ ਤੁਸੀਂ ਸਾਰੇ ਫਾਰਮ ਉਹ ਭਰੇ ਜੀ ਆ। ਉਹ ਤਾਂ ਜੀ ਅੱਜ ਜੀ ਕਹਿੰਦੇ ਜੀ ਸਾਈਟ ਹੈਂਗ ਹੋ ਗਈ ਜੀ ਭਰੇ ਨਹੀਂ ਗਈ ਜੀ ਕੱਲ ਨੂੰ ਭਰ ਕੇ ਆਉਣੇ ਪੈਣਗੇ ਜੀ। ਅੱਛਾ ਜਾਂ ਅੱਜ ਰਾਤ ਨੂੰ ਮੋਬਾਈਲ ਤੇ ਭਰਤੀ ਹੋ ਉਹਨੂੰ ਕੀ ਹੈ ਆਪ ਹੀ ਭਰ ਦੋ। ਜੇ ਇੰਨਾ ਭਰਨਾ ਆਉਂਦਾ ਹੁੰਦਾ ਨਹੀਂ ਜੀ ਮੈਡਮ ਫਿਰ ਉੱਥੇ ਕਿੱਥੇ ਜਾਂਦੀ ਜੀ। नेशनल एसएस एनएसपी टाइप करो ठीक है। हाँ जी हाँ जी एनएसपी टाइप करो एनएस मैं एक मिनट ਤੁਹਾਨੂੰ ਦੇਖਦੀ ਆ ਜੋ ਖੁੱਲਦਾ ਤਾਂ ਮੇਰੇ ਕੋਲ ਮੈਂ ਦਿਖਾਣੀ ਆ ਦੇਖੀ ਚਲੋ ਕੀ ਕਰਨਾ ਹੈ। ठीक है जी। देखो ਤੁਸੀਂ ਕੀ करना नजर आ रहा है इससे जाओ ठीक है। हाँ जी एनएसपी भरो गूगल ਦੇ ਵਿੱਚ एनएसपी ਭਰਿਆ ਆ ठीक ਨੈਸ਼ਨਲ ਸਕੋਲਰਸ਼ਿਪ ਪੋਰਟਲ ਆ ਗਿਆ हाँ ठीक जी है। ਇਸ ਦੀ ਲੌਗਇਨ ਕਰੋ ਰੀਨੇਬਲ 2020 ਕੀ ਤੇ ਜਾਓ ਇੱਥੇ ठीक ਐਪਲੀਕੇਸ਼ਨ है ਆਈਡੀ जी ਭਰੋ ठीक है। ਪਾਸਵਰਡ ठीक है जी। ਕੈਪਚਾ ਤੇ ਲੌਗਇਨ ਕਰ ਦੋ ਫਿਰ ਉਹ ਜਿਹੜੀ पासपोर्ट ਪਾਸਵਰਡ ਮੈਂ ਲਿਖ ਕੇ ਤਾਂ ਭੇਜਿਆ ਤੁਹਾਨੂੰ। हाँ जी ਇਹ ਪਾਸਵਰਡ ਭੁੱਲ ਵੀ ਜਾऊं ਕੋਈ ਵੀ ਚੀਜ਼ ਭੁੱਲ ਜਾऊं हाँ जी ਤਾਂ हाँ ਵੇਖੋ जी ਰਿਕਵਰ ਪਾਸਵਰਡ ਫॉरगेट एप्लीकेशन आईडी ਇਸ ਸਾਰਾ हाँ ਕੁਝ जी ਹੈ ਇੱਥੇ ठीक है जी ਆ ਵੇਖ ਲਓ ਇੱਥੇ ਸਾਰਾ ਕੁਝ ਹੈਗਾ ਠੀਕ ਹੈ। ठीक है जी ਹਾਂ ਇੱਥੇ ਕਰ ठीक ਦੋ है जी ਇੱਥੇ ਠੀਕ ਹੈ। ठीक है जी ਹਾਂ तो ਤੁਸੀਂ ਕਰ ਸਕਦੇ ਹੋ। ਅੱਛਾ मैं का तो पढ़ाई करी जी। ਚੱਲ ਫਿਰ ਕੀ ਹੋ ਗਿਆ ਕੋਈ ਜਵਾਕ ਦਾ ਕੰਮ ਕਰ ਦੇਦਾ ਜਲਦੀ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਚੈਪਟਰ ਸਮਝ ਆ ਗਿਆ ਇਹ ਵਾਲਾ ਕਿੱਤਾ हाँ जी ਹੈ हाँ जी कर लिया जी। ਕੀ ਚੀਜ਼ਾਂ ਕਰ ਚੁੱਕੇ ਇਸ ਦੇ ਵਿੱਚ। 2 ਮਿੰਟ ਜੀ ਮੈਂ ਪਹਿਲਾਂ ਕਾਪੀ ਜੀ ਕੱਢ ਲਾਂ ਜੀ। ਮੈਂ ਮੇਰਾ ਪੈਨ ਕਿੱਥੇ ਹੈਗਾ। ਮੰਮੀ ਨੇ ਕਹਣਾ ਮੈਂ ਤੇਰੀ ਨੌਕਰ ਛੱਡੀ ਹੋਈ ਆ। ਨਾ ਜੀ ਮੈਂ ਤਾਂ ਕੰਮ ਕਰਨ ਲੱਗ ਰਹੀ ਸੀ ਮੈਂ ਕਿਤੇ ਰੱਖ ਨਾ ਦਿੱਤਾ ਹੋਵੇ ਯੂਰਾਂ ਪਰ। ਚਲੋ ਅੱਜ ਮੈਂ ਸਾਰਿਆਂ ਨੂੰ ਮੈਸੇਜ ਦੇ ਤਾਂ ਰੱਖਿਆ ਸੀਗਾ ਵੀ ਮੈਂ ਸ਼ਾਮੀ 5 ਵਜੇ ਕਲਾਸ ਲਗਾਉਂਗੀ ਸਾਰੇ ਬਸ ਉਹੀ ਨੇ। 2 ਮਿੰਟ ਐਨੀਵੇ ਹੀ ਮੈਂ ਦੱਸਦਾ ਜੀ ਇਹਦੇ ਵਿੱਚ ਮੈਂ ਕੀ ਕਰ ਲਿਆ ਜੀ। 2 ਮਿੰਟ ਹੀ। ਇੱਕ ਮਿੰਟ ਦੇਖੋ ਆ ਪਹਿਲਾਂ ਤੂੰ ਦੇਖ ਲਓ ਵੀ ਕੀ ਚੀਜ਼ਾਂ ਆਪਣਾ ਚੈਪਟਰ ਹੈਗਾ ਆਹ 10ਵਾਂ ਚੈਪਟਰ शुरू हो गया है मैं 10वां चैप्टर करा रही हूँ हाँ ठीक जी है। इससे है माइक्रोब्स इन द ह्यूमन वेलफेयर के ਜਿਹੜੇ ਸੂਖਮ ਜੀਵ ਨੇ ਉਹ ਸਾਨੂੰ ਡੇਲੀ ਲਾਈਫ ਦੇ ਵਿੱਚ ਹਿਊਮਨ ਦੀ ਡੇਲੀ ਲਾਈਫ ਵਿੱਚ ਕਿੱਥੇ ਕਿੱਥੇ ਕੰਮ ਆਉਂਦੇ ਆ ਠੀਕ ਹੈ। ਹਿਊਮਨ ਦੀ ठीक है ਡੇਲੀ ਲਾਈਫ ਦੇ ਵਿੱਚ ਮਾਈਕਰੋਬਸ ਕਿੱਥੇ ਕਿੱਥੇ ਕੰਮ ਆਉਂਦੇ ਆਪਾਂ ਇਹ ਵਾਲਾ ਚੈਪਟਰ ਕਰ ਰਹੇ ਹਾਂ ਠੀਕ ਹੈ। हाँ जी ਜੇ ਆਪਾਂ ਇਸ ਚੈਪਟਰ ਨੂੰ ਹੁਣ ਤੁਸੀਂ ਨੀਚੇ ਦੇਖਦੇ ਜਾਓ ਵੀ ਤੁਸੀਂ ਕਰਨਾ ਕੀ ਹੈ। ਸਭ ਤੋਂ ਪਹਿਲਾਂ ਜੇ ਤੁਸੀਂ ਬੁੱਕ ਖੋਲਦੇ ਹੋ ਤਾਂ ਬੁੱਕ ਦੇ ਵਿੱਚ ਇਹ ਵਾਲਾ ਜਿਹੜਾ ਪੈਰਾ ਹੈ ਇੱਕ ਮਿੰਟ ਮੈਨੂੰ ਇਰੇਜ਼ ਕਰ ਦੋ ਜਿਹੜਾ ਆਹ ਪੈਰਾ ਹੈ ਜੇ ਤੁਸੀਂ ਆਪਣੀ ਬੁੱਕ ਲੈਣੇ ਹੋ ਆਹ ਵਾਲਾ ਜਿਹੜਾ ਪੈਰਾ ਹੈ ਇੱਥੇ ਤੁਹਾਡੇ ਕੋਲ ਆਂਦਾ ਹੈ हाँ जी ਕਿ ਮਾਈਕਰੋਬ ਤੁਹਾਨੂੰ ਦੁਨੀਆ 'ਚ ਕਿੱਥੇ ਕਿੱਥੇ ਮਿਲਦੇ ਆ। ਮਾਈਕਰੋਬ ਦੁਨੀਆ ਦੀ ਹਰ ਜਗ੍ਹਾ ਦੇ ਉੱਪਰ ਮਾਈਕਰੋਬ ਮਿਲਦੇ ਆ ਠੀਕ ਹੈ। ठीक है ਕੋਈ ਵੀ ਇੱਕ ठीक है ਜਗ੍ਹਾ ਨਹੀਂ ਹੈ ਤੁਹਾਨੂੰ ਇੱਥੋਂ ਪਤਾ ਚੱਲ ਜਾਏਗਾ ਕਿ they are present even in the site where there is no life form ठीक है। deep inside the thermal vent ਕੋਈ ਵੀ ਗੀਜ਼ਰ ਦੇ ਅੰਦਰ ਜਿੱਥੇ ਟੈਂਪਰੇਚਰ 100 ਤੋਂ ਉੱਪਰ ਹੈ ਸਨੋ ਦੀ ਲੇਅਰ ਦੇ ਵਿੱਚ everywhere you will find the ਮਾਈਕਰੋਬ ਦੀਆਂ ਜਿਹੜੀਆਂ ਟਾਈਪਸ ਨੇ ਪ੍ਰੋਟੋਜੋਆ ਬੈਕਟੀਰੀਆ ਫੰਜਾਈ ਮਾਈਕਰੋਸਕੋਪਿਕ ਪਲਾਂਟਸ ਵਿਰੀਓਡਸ ਇਹ ਟਾਈਪਸ ਹੋ ਗਿਆ ਡਿਫਰੈਂਟ ਟਾਈਪਸ ਆਫ ਮਾਈਕਰੋਬ। ਅਗਲਾ ਕੁਐਸਚਨ ਤੁਹਾਡੇ ਕੋਲ ਇਹ ਆ ਗਿਆ ਸਮਝ ਆ ਗਈ ਤਾਂ ठीक है ਅਜੇ मैम एक ਤੱਕ क्वेश्चन दी गई। ਹਾਂਜੀ
ਜਿਹੜਾ ਤੁਹਾਨੂੰ ਉਹ ਕੁਐਸਚਨ ਹੀ ਭੇਜਿਆ ਸੀਗਾ ਵੀ ਡੇਲੀ ਪ੍ਰੋਡਕਟ ਚ ਕੀ ਹੋਈ ਕੀ ਕੰਮ ਆਉਂਦੇ ਨੇ ਜਾਂ ਮਾਈਕਰੋਬਸ ਜੀ, ਉਹਦੇ ਵਿੱਚ ਜੀ ਇੱਕ ਪਨੀਰ ਹੈ ਜੀ, ਇੱਕ ਦਹੀਂ ਹੈ, ਜਾਂ 2-3 ਨੇ ਜੀ ਮੇਨ ਜੀ, ਹੋਰ ਤਾਂ ਕੋਈ ਆਉਂਦੀ ਨਹੀਂ ਹੈਗੀ ਇਹਦੇ ਵਿੱਚ। ਆਉਂਦੇ ਆ, ਚਲੋ ਆਪਾਂ Daily ਅੱਜ life ਕਰਦੇ ਆ, ਆਪਾਂ ਅੱਜ ਕਰਦੇ ਆ, ਸੁਣੀ ਚੱਲੋ, ਠੀਕ ਹੈ। ਤਾਂ ਠੀਕ ਹੈ ਜੀ। ਇੱਥੋਂ ਤੱਕ ਦਾ ਪਾਠ ਸਮਝ ਆ ਗਿਆ? ਹਾਂਜੀ ਆ ਗਈ। ਇੱਥੋਂ ਤੱਕ ਦਾ ਪਾਠ ਸਮਝ ਆ ਗਿਆ, ਠੀਕ ਹੈ। ਹਾਂਜੀ ਇਹ ਆਪਣੇ ਕੋਲ ਕੁਐਸਚਨ ਆ ਗਿਆ, ਵਾਟ ਇਜ਼ ਮਾਈਕਰੋਬ, ਠੀਕ ਹੈ। ਜਿਹੜੇ ਜਿਹੜੇ ਕੁਐਸਚਨ ਤੁਹਾਨੂੰ ਆਉਂਦੇ ਆ, ਵਾਟ ਇਜ਼ ਮਾਈਕਰੋਬਸ, ठीक है। फिर माइक्रोब्स, वेयर डू यू कैन फाइंड द माइक्रोब, ये थोड़े सोचने वाली गल है। फिर क्वेश्चन आता वाई, वाई दा की मतलब की है, क्योंकि वो हर जगह ते सरवाइव कर सकते, ठीक है। किथे किथे मिलते हैं वो तुहाडे कोल एरिया। इत्थों तक दा तुहाडा क्वेश्चन सारा क्लियर हो गया? हाँ जी। अगला क्वेश्चन, ओए अभिषेक आ गई कि नहीं आ गई जे? आ गई जी। ਤਾਂ ਜਿਹੜਾ ਅਗਲਾ ਕੁਐਸਚਨ ਤੁਹਾਡੇ ਕੋਲ ਆ ਗਿਆ ਉਹ ਹੈ ਕਿ ਹੁਣ ਜਿਹੜੀ ਆ ਡਾਇਗਰਾਮ ਜਾ ਰਹੀਆਂ ਤੁਹਾਡੇ ਕੋਲ, ਇਹਨਾਂ ਡਾਇਗਰਾਮਸ ਨੂੰ ਤੁਸੀਂ ਧਿਆਨ ਨਾਲ ਦੇਖੋ। ਮੈਮ ਇਹ ਤਾਂ ਬੈਕਟੀਰੀਓਫਾਜ ਨਹੀਂ ਹੈਗੇ ਜੀ? ਹਾਂ ਨਹੀਂ, ਇਹ ਸਭ ਵੀ ਤੋਂ ਪਹਿਲਾਂ ਇਹ ਵੀ ਕੰਮ ਆਉਂਦਾ ਜੀ? ਨਹੀਂ, ਸਭ ਤੋਂ ਪਹਿਲਾਂ ਬੈਕਟੀਰੀਆ ਹੈਗਾ ਰੋਡ ਸ਼ੇਪ, ਨਜ਼ਰ ਆ ਰਿਹਾ ਸਾਰਿਆਂ ਨੂੰ? ਹਾਂਜੀ ਆ ਰਿਹਾ। ਅਭਿਸ਼ੇਕ ਤੂੰ ਕਿੱਥੇ ਗਾਇਬ ਹੋ ਗਈ? हाँ जी मैडम। ਸ਼ਮਨ ਨਾਲ? हाँ जी। ਪੂਨਮ ਕਿੱਥੇ ਗਈ? ਇਹਦਾ ਨੈਟ ਖਤਮ ਹੋ ਗਈ। ਕੋਈ ਗੱਲ ਨਹੀਂ, ਠੀਕ ਹੈ, ਵਧੀਆ। ਦੋ ਜਣੇ ਜੁਆਇਨ ਕਰ ਲਿਆ ਕਰੋ। ਰਸੀਦਾ, ਹੁਣ ਪੂਨਮ ਕਿੱਥੇ ਗਾਇਬ ਹੋ ਗਈ? ਇੱਥੇ ਆ ਜੀ। ਹੈਗੀ ਆ ਪੂਨਮ? ਇੱਥੇ ਹਾਂ ਜੀ। ਠੀਕ ਹੈ मैम वी आर 1 2 3 4 सत श्री अकाल जी। ਓਕੇ। ਹਾਂਜੀ ਬੱਚੋ, ਫਿਰ ਤੁਹਾਡੇ ਕੋਲ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਇਹ ਵਾਲੀਆਂ ਡਾਇਗਰਾਮ। ਇਹ ਜਸਟ ਤੁਸੀਂ ਚੈੱਕ ਕਰਨੀ ਹੈ ਕਿ ਇਹ ਡਾਇਗਰਾਮ ਕੀ ਹੈ। ਇਹ ਕਿਤੇ ਤੁਹਾਨੂੰ ਪਿਕਚਰ ਦੇ ਵਿੱਚ ਦੇਖ ਕੇ ਤੁਹਾਨੂੰ ਪੁੱਛ ਨਾ ਲਵੇ, ਠੀਕ ਹੈ। ਇਹ ਬੈਕਟੀਰੀਓਫਾਜ ਹੈ ਤੁਹਾਡੇ ਕੋਲ, ਠੀਕ ਹੈ। ਇਹ ਅਲੱਗ-ਅਲੱਗ ਡਾਇਗਰਾਮਸ ਹੈ, ਇਸ ਦਾ ਸਿਰਫ ਜਸਟ ਤੁਸੀਂ ਚੈੱਕ ਕਰਨਾ ਹੈ, ਤਾਂ ਕੁਝ ਕੋਈ ਖਾਸ ਗੱਲ ਨਹੀਂ ਹੈਗੀ। ਅਗਲੇ ਪੇਜ ਤੇ ਆ ਜਾਓ। ਹੁਣ ਤੁਹਾਡੇ ਕੋਲ ਹੈਗਾ ਮਾਈਕਰੋਬਸ ਇਨ ਦਾ ਹਾਊਸਹੋਲਡ। ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ, ਜਦੋਂ ਕਿਤੇ ਵੀ ਤੁਸੀਂ ਇਹ ਵਾਲਾ ਚੈਪਟਰ ਕਰੋਗੇ ਤਾਂ ਇਸ ਚੈਪਟਰ ਦੀ ਹਰ ਇੱਕ ਲਾਈਨ ਆਪਣੇ ਆਪ 'ਚ ਕੁਐਸਚਨ ਬਣਦੀ ਹੈ। ਇਸ ਚੈਪਟਰ ਨੂੰ ਜਿਹੜੇ ਮੈਂ ਕੁਐਸਚਨ ਭੇਜੇ ਉੱਥੋਂ ਕਰਨ ਦੇ ਨਾਲ ਪਹਿਲਾਂ ਤੁਸੀਂ ਇਸ ਬੁੱਕ ਤੋਂ ਚੈਪਟਰ ਨੂੰ ਕਰੋਗੇ। ਜਿਵੇਂ ਆਹ ਪਾਰਟ ਆ ਗਿਆ ਮਾਈਕਰੋਬਸ ਇਨ ਦਾ ਹਾਊਸਹੋਲਡ ਪ੍ਰੋਡਕਟ, ਠੀਕ ਹੈ। ਸਭ ਤੋਂ ਪਹਿਲਾ ਪੁਆਇੰਟ ਹੈ ਇੱਥੇ ਲੈਕਟਿਕ ਐਸਿਡ ਬੈਕਟੀਰੀਆ ਲੈਬ, ਜਿਹੜਾ ਕਿ ਤੁਹਾਨੂੰ ਕੰਮ ਕੀ ਕਰਦਾ ਹੈ, ਤੁਹਾਨੂੰ ਦੁੱਧ ਤੋਂ ਦਹੀਂ ਜਮਾਉਣ ਦੇ ਕੰਮ ਆਉਂਦਾ ਹੈ। ਇੱਕ ਮਿੰਟ, ਹੈਲੋ, ਹਾਂ ਵਾਸੂ। ਫੀਸ ਬੱਚੇ ਤੁਹਾਡੀ ਤੁਸੀਂ ਭਰਨੀ ਹੈ 1650 2650। ਹਾਂ ਤੁਸੀਂ ਫੀਸ 2650 ਰੁਪਏ ਪਰ ਜੇ ਤੁਸੀਂ ਗਲਤ ਭਰ ਵੀ ਦੋਗੇ ਮੈਂ ਠੀਕ ਕਰ ਦੂੰਗੀ, ਕੋਈ ਗੱਲ ਨਹੀਂ। ਅੱਛਾ ਕੱਲ ਤੋਂ ਫੀਸ ਮੈਨੂੰ 1000 ਰੁਪਏ ਦੇ ਕੇ ਜਾਣੀ ਹੈ। हाँ तेरी टोटल फीस हो चली। ओके भाई, मेरी क्लास चल रही है बायो दी। मैनू कल स्कूल आना ही फीस भरना। हाँ स्कूल आओ जरा सारे जने, घर बह के बोर नहीं होए तो आ जियो, ठीक है। हाँ जी बच्चों, ये वाला लैक्टिक एसिड वाला काम कर लोगे, ठीक है। एक ही करता है ਮਿਲਕ ਨੂੰ ਕਰਡ ਜ਼ੁਬਾਨ ਦੇ ਵਿੱਚ ਕੰਮ ਆਉਂਦਾ। ਇਹ ਇੱਕ ਬੜਾ ਬੇਸਿਕ ਜਿਹਾ ਕੰਮ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਰਾਈਟ। ਇਸ ਤੋਂ ਬਾਅਦ ਇੱਥੇ ਇਹ ਵਾਲੇ ਪੈਰੇ ਤੇ ਆਓ। ਦਾ ਡਫ ਵਿਚ ਇਜ਼ ਯੂਜ਼ਡ ਟੂ ਮੇਕਿੰਗ ਫੂਡ ਸੱਚ ਐਸ ਡੋਸਾ, ਇਡਲੀ। ਉਸ 'ਚ ਅਸੀਂ ਕੀ ਕਰਦੇ ਆ, ਫਰਮੈਂਟੇਸ਼ਨ ਨੂੰ ਯੂਜ਼ ਕਰਦੇ ਆ ਬੈਕਟੀਰੀਆ। ਉਹ ਜਿਹੜਾ ਆਟਾ ਗੁੰਨਿਆ ਜਾਂਦਾ ਉਹ ਈਸਟ ਪਾ ਕੇ ਗੁੰਨਿਆ ਜਾਂਦਾ, ਠੀਕ ਹੈ। ਤਾਂ ਉੱਥੇ ਤੁਸੀਂ ਫਰਮੈਂਟੇਸ਼ਨ ਹੀ ਯੂਜ਼ ਕਰਦੇ ਹੋ। ਉੱਥੇ ਇਨਫੈਕਟ ਕੀ ਜਿਹੜਾ ਆਟਾ ਫੁੱਲਦਾ ਹੈ that is by the carbon dioxide gas, ਠੀਕ ਹੈ। ਤਾਂ ਇਹ ਅਸੀਂ ਸਾਰਾ ਦਾ ਸਾਰਾ ਜਿਹੜਾ ਇਹ ਕੰਮ ਕਰਨਾ ਹੈ, ਇੱਕ ਸੈਕਿੰਡ ਮੈਨੂੰ ਉਹ ਕਰਦਾ, ਇਰੇਜ਼ ਕਰਦਾ, ਫਿਰ ਕਲੀਅਰ ਹੋਏਗਾ ਇਹ। ਹਾਂਜੀ, ਇਹ
यूज की करता है, ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। that is the fermentation yeast Saccharomyces cerevisiae, ठीक है। ਸਭ ਤੋਂ ਪਹਿਲਾਂ ਤਾਂ ਇਸ ਦਾ ਪੂਰਾ ਇੱਕ ਨਾਮ ਤੁਸੀਂ ਯਾਦ ਕਰਨਾ ਹੈ, this is called baker's yeast। ਇਹ ਵਾਲਾ ਪੁਆਇੰਟ ਕਲੀਅਰ ਹੋ ਗਿਆ ਕਿ ਅਸੀਂ ਕੋਈ ਵੀ ਚੀਜ਼ ਜਿੱਥੇ ਵੀ ਤੁਸੀਂ ਅਸੀਂ ਇਹ ਲੈ ਰਹੇ ਹਾਂ ਕਿ ਮੰਨ ਲਓ ਤੁਸੀਂ ਛੋਲੇ ਬਣਾ ਰਹੇ ਹੋ, ਭਟੂਰੇ ਬਣਾ ਰਹੇ ਹੋ, ਹੁਣ ਇਹਨਾਂ ਕਹਿਣਾ ਵੀ ਮੈਂ ਭੁੱਖ ਲੱਗਣ ਲੱਗ ਗਈ, ਠੀਕ ਹੈ। ਜਿਹੜਾ ਤੁਸੀਂ ਆਟਾ ਗੂੰਦਦੇ ਹੋ, ਇਨਫੈਕਟ ਉਹ ਜਿਹੜਾ ਫਲਫੀ ਹੁੰਦਾ ਬੱਚੋ, ਫਲਫੀ that is due to this carbon dioxide gas। ਇਹ ਵਿਚਾਰੀ ਬੇਕਰ ਜਿਸਟ ਹਰ ਜਗ੍ਹਾ ਤੇ ਤੁਹਾਡੇ ਕੋਲ ਕੰਮ ਹੈ। ਇੱਥੋਂ ਤੱਕ ਕਲੀਅਰ ਹੋ ਗਿਆ। ਫਸਟ ਪੁਆਇੰਟ ਆਪਣੇ ਕੋਲ ਕੀ ਆ ਗਿਆ, ਲੈਬ ਦਾ ਆ ਗਿਆ ਸੀਗਾ, ਠੀਕ ਹੈ। ਫਸਟ ਪੁਆਇੰਟ ਕਿਸ ਚੀਜ਼ ਦਾ ਸੀਗਾ, ਲੈਬ ਦਾ। ਸੈਕੰਡ ਪੁਆਇੰਟ ਆਪਣੇ ਕੋਲ ਆ ਗਿਆ ਬੇਕਰਸ ਯੀਸਟ ਦਾ, ਜਿਹੜੇ ਆਪਾਂ ਹੁਣ ਡੇਲੀ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਯੂਜ਼ ਕਰ ਰਹੇ ਹਾਂ, ਆਪਾਂ ਉਸ ਦੇ ਲਈ ਵਰਡ ਟੂ ਵਰਡ ਤੁਸੀਂ ਕਰੋ। ਇਨਫੈਕਟ ਜਿਹੜੀ ਐਨਸੀਈਆਰਟੀ ਹੈ ਨਾ, ਇਹਨੂੰ ਹਰੇਕ ਲਾਈਨ ਇੱਕ ਆਪਣੇ ਆਪ ਚ ਕੁਐਸਚਨ ਬਣਦੀ ਹੈ, ਰਾਈਟ। ਇਸ ਤੋਂ ਬਾਅਦ ਬੱਚੋ ਇੱਕ ਨਾ ਟੋਡੀ ਜਿਹੜੀ ਹੈ, ਦਿਸ ਟੋਡੀ, ਇਹ ਇੱਕ ਟ੍ਰੈਡੀਸ਼ਨਲ ਡਰਿੰਕ ਹੈ, ਜਿਵੇਂ ਤੁਸੀਂ ਲੋਕ ਲੈਂਦੇ ਹੋ ਨਾ ਦੇਸੀ ਸ਼ਰਾਬ, ਠੀਕ ਹੈ। ਇਹ ਕਰਨਾਟਕਾ ਵਗੈਰਾ ਏਰੀਆ ਦਾ ਇੱਕ ਟ੍ਰੈਡੀਸ਼ਨਲ ਡਰਿੰਕ ਹੈ। ਇਹ ਕਿਵੇਂ ਬਣਦੀ ਹੈ, ਇਹ ਉਹ ਲੋਕ ਕੀ ਕਰਦੇ ਆ ਜਿਹੜੇ ਯਾਨੀ ਕਿ ਓਸ਼ਨ ਜਾਂ ਕਿਸੇ ਵੀ ਸਮੁੰਦਰਾਂ ਦੇ ਕਿਨਾਰੇ ਕੋਈ ਵੀ ਰਹਿੰਦਾ ਜਿੱਥੇ ਪਾਮ ਬਹੁਤ ਜ਼ਿਆਦਾ, ਡੈਜ਼ਰਟ ਪਾਮ ਯਾਨੀ ਕਿ ਪਾਮ, ਕੋਕੋਨਟਸ ਵਗੈਰਾ ਸਾਰੇ ਦੇ ਸਾਰੇ, ਉਹ ਕੀ ਕਰਦੇ ਆ, ਉਹਨਾਂ ਦਾ ਜਿਹੜਾ ਮੰਨ ਲਓ ਟਰੀ ਹੈ, ਟਰੀ ਦੇ ਇਸ ਤੋਂ ਟਰੰਕ ਵਿੱਚੋਂ ਦੀ ਸੈਪ ਐਕਸਟ੍ਰੈਕਟ ਕਰਦੇ ਆ, ਟਰੀ ਦਾ ਜਿਵੇਂ ਦੁੱਧ ਲੈ ਲਓ ਉਸ ਟਾਈਪ ਦਾ, ਠੀਕ ਹੈ। ਹਾਂਜੀ। ਉਸ ਸੈਪ ਨੂੰ ਯੂਜ਼ ਕਰਕੇ ਉਹ ਡਰਿੰਕ ਬਣਾਉਂਦੇ ਨੇ, ਜਿਸ ਤਰ੍ਹਾਂ ਤੁਸੀਂ ਗੁੜ ਤੋਂ ਦੇਸੀ ਸ਼ਰਾਬ ਬਣਾਉਂਦੇ ਹੋ। ਠੀਕ ਹੈ, ਗੱਲ ਕਲੀਅਰ ਹੋ ਗਈ ਤੁਹਾਨੂੰ? ਠੀਕ ਉਸੇ ਤਰ੍ਹਾਂ ਹੀ ਉੱਥੇ ਦੀ ਟ੍ਰੈਡੀਸ਼ਨਲ ਡਰਿੰਕ ਹੈ, ਸਮ ਆਫ ਦੀ ਸਾਊਥਰਨ ਪਾਰਟ ਆਫ ਦਾ। ਕਲੀਅਰ ਹੈ? ਹੁਣ ਆਪਣੇ ਕੋਲ ਨੰਬਰ 1 ਤੇ ਲੈਬ ਸੀਗਾ, ਨੰਬਰ 2 ਤੇ ਤੁਹਾਡੇ ਕੋਲ ਕੀ ਆ ਗਿਆ, ਬੇਕਰਜ਼ ਯੀਸਟ। ਨਾਓ ਦਿਸ ਦਾ ਟੋਡੀ ਡਰਿੰਕ। ਕਲੀਅਰ ਹੈ? ਹਾਂਜੀ। ਹੁਣ ਬੱਚੋ ਤੁਹਾਡੇ ਕੋਲ ਚੁੱਪ ਨਾਓ ਚੀਜ਼, ਚੀਜ਼ ਸਾਰਿਆਂ ਨੂੰ ਪਤਾ ਹੈ, ਪਨੀਰ, ਠੀਕ ਹੈ। ਚੀਜ਼, ਚੀਜ਼ ਜਿਹੜਾ ਹੈ ਬੱਚੋ, ਇਹ ਹੁਣ ਇੱਕ ਗੱਲ ਧਿਆਨ ਰੱਖਣਾ, ਤੁਸੀਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਪਨੀਰ ਕਿੱਥੋਂ ਬਣਾਉਂਦੇ ਹੋ? ਪਨੀਰ ਮੇਕਰ ਤੋਂ ਹੀ, ਉਹਨੂੰ ਦੁੱਧ 'ਚ ਪਾ ਦਿੰਦੇ ਆ ਜੀ। ਤੁਸੀਂ ਸਿਰਕਾ ਦੁੱਧ 'ਚ ਪਾਇਆ, ਦਹੀਂ ਦੁੱਧ 'ਚ ਪਾਇਆ, ਤੁਸੀਂ ਦੁੱਧ ਨੂੰ ਫਾੜ ਕੇ ਪਨੀਰ ਬਣਾ ਰਹੇ ਹੋ, ਠੀਕ ਹੈ। ਜਾਂ ਨਿੰਬੂ ਨਿਚੋੜਤਾ ਜੀ ਵਿੱਚ ਹੀ। ਹਾਂਜੀ, ਠੀਕ ਹੈ। ਤੁਸੀਂ ਤਾਂ ਉਸ ਤਰ੍ਹਾਂ ਬਣਾ ਰਹੇ ਹੋ, ਤੁਸੀਂ ਇਨਫੈਕਟ ਇਹ ਪਨੀਰ ਬਣਾ ਰਹੇ ਹੋ। ਤੁਸੀਂ ਕੀ ਬਣਾ ਰਹੇ ਹੋ? ਤੁਸੀਂ ਪਨੀਰ ਬਣਾ ਰਹੇ ਹੋ। ਹੁਣ ਆਪਾਂ ਕੀ ਬਣਾਉਣਾ, ਆਪਾਂ ਬਣਾਉਣਾ ਚੀਜ਼, ਠੀਕ ਹੈ। ਇਹ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਚੀਜ਼ ਹੈ, ਇਹ ਅਲੱਗ-ਅਲੱਗ ਤਰ੍ਹਾਂ ਦੇ ਬੈਕਟੀਰੀਆ ਤੋਂ ਬਣਦਾ ਹੈ। ਇਹ ਅਲੱਗ-ਅਲੱਗ, ਜੇ ਤਾਂ ਮੰਨ ਲਓ ਸੌਟ ਆਫ ਆਪਾਂ ਕਹਿੰਦੇ ਵੀ ਆਪਾਂ ਕਿਸੇ ਨੇ ਹੋਲ ਉਹਦੇ 'ਚ ਬੜੇ ਬਣਾਉਣੇ, ਸਵਿਸ ਚੀਜ਼ ਹੈ, ਤਾਂ ਆ ਦੇਖੋ ਦਿਸ ਵਨ, ਤਾਂ ਇੱਥੇ ਜਿਹੜਾ ਬੈਕਟੀਰੀਆ ਯੂਜ਼ ਹੁੰਦਾ ਉਸ ਬੈਕਟੀਰੀਆ ਦਾ ਨਾਮ ਪ੍ਰੋਪੀਓਨੋਬੈਕਟੀਰੀਆ ਸ਼ਰਮੋਨੀ, ਠੀਕ ਹੈ। ਜਿਹੜੀ ਰੌਕਿਊਟ ਚੀਜ਼ ਹੈ ਬੱਚੋ, ਇਹ ਕੀ ਹੈ, ਇਹ ਫੰਜਾਈ ਤੋਂ ਬਣਦਾ ਹੈ, ਠੀਕ ਹੈ। ਹੁਣ ਤੁਹਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਮਾਈਕਰੋਬਸ ਦੀ ਇੱਕ ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀ ਲਿਸਟ ਹੈ, ਇਨ ਦਾ ਹਾਊਸਹੋਲਡ, ਕਿਸ ਵਿੱਚ, ਇਨ ਦਾ ਹਾਊਸਹੋਲਡ। ਇਹ ਸਾਰੇ ਦੇ ਸਾਰੇ ਪੁਆਇੰਟਸ ਤੁਸੀਂ ਇੱਕ ਤਰ੍ਹਾਂ ਦੇ ਯਾਦ ਕਰਨਾ। ਕਲੀਅਰ ਹੈ? ਦੇਖੋ ਮੇਨ ਕੀ ਆ ਗਿਆ, ਇੱਕ ਅਲੱਗ ਚੀਜ਼ ਕੀ ਆ ਗਈ, ਟੋਡੀ ਆ ਗਈ, ਚੀਜ਼ ਆ ਗਿਆ। ਚੀਜ਼ ਅਲੱਗ-ਅਲੱਗ ਮਾਈਕਰੋਬ ਨੂੰ ਜਦੋਂ ਅਸੀਂ ਯੂਜ਼ ਕਰਦੇ ਹਾਂ ਤੇ ਇਹ ਅਲੱਗ ਢੰਗ ਦਾ ਬਣਦਾ ਹੈ, ਰਾਈਟ। ਇਹ ਤਾਂ ਸੀਗਾ ਚੀਜ਼ ਇਨ ਦਾ ਹਾਊਸਹੋਲਡ। ਤੁਹਾਡੇ ਕੋਲ ਹਾਊਸਹੋਲਡ ਦੇ ਤੁਹਾਡੇ ਸਿਲੇਬਸ 'ਚ ਇੰਨੀ ਹੀ ਚੀਜ਼ਾਂ, ਬਸ ਤੁਸੀਂ ਇੰਨਾ ਹੀ ਕਰਨਾ ਜਿਹੜਾ ਤੁਹਾਡੇ ਐਨਸੀਈਆਰਟੀ ਦੇ ਵਿੱਚ ਦਿੱਤਾ ਹੈ, ਇਸ ਤੋਂ ਜ਼ਿਆਦਾ ਨਾ ਕਰਨਾ। ਕਲੀਅਰ ਹੈ ਗੱਲ? ਸਮਝ ਆ ਗਿਆ ਸਾਰਿਆਂ ਨੂੰ? ਠੀਕ ਹੈ ਜੀ। ਮਾਈਕਰੋਬ ਵਾਲਾ ਕੰਮ ਤੁਸੀਂ ਇੰਨਾ ਕੀ ਕਰਨਾ। ਹਾਂਜੀ ਮੈਮ, ਮੈਂ ਟਿਊਸ਼ਨ ਤੇ ਲੱਗਿਆ ਹੋਇਆ ਜੀ ਕੈਮਿਸਟਰੀ ਦੇ ਦੀ ਜੀ। ਹਾਂ ਗੱਲ ਸੁਣਿਓ ਜੀ। ਹਾਂਜੀ। ਉਹ ਜਦੋਂ ਮੈਂ ਜਿਵੇਂ ਕੋਈ ਵੀ
ਕੈਮਿਸਟਰੀ ਦਾ ਕੁਐਸਚਨ ਛੋਟਾ ਲਿਖ ਦਿੰਦੇ ਉਹ ਕਹਿੰਦੇ ਨੇ ਵੀ ਮਤਲਬ ਜਿਹੜਾ ਵੀ ਕੋਈ ਸਬਜੈਕਟ ਦਾ ਮਤਲਬ ਮੇਨ ਸਾਇੰਸ ਦਾ ਉਹ ਕਹਿੰਦੇ ਨੇ ਵੀ ਤੂੰ ਜਿਵੇਂ 2 ਨੰਬਰ ਦਾ ਵੀ 4 ਜਾਂ 5 ਲੈਣਾ ਤਾਂ ਲਿਖਿਆ ਕਰੀ ਉਹ ਐਂ ਕਹਿੰਦੇ ਨੇ ਜੀ ਜਿਵੇਂ ਹਾਂ ਤੁਸੀਂ ਕਿਹਾ ਲਿਖਿਆ ਜੀ ਕਰ, ਫਿਰ ਨੰਬਰ ਤਾਂ ਨਹੀਂ ਕੱਟਦੇ ਜੀ ਬੋਰਡ ਤੇ ਪੱਕਾ ਲਿਖਣੇ ਆ ਇਹ, ਮੈਂ ਵੀ ਤੈਨੂੰ ਉਹ ਕਹਿੰਦੇ ਕਹਿਣ ਵੀ ਵਾਲੀ ਆ। ਤੁਸੀਂ ਕਿਹਾ ਜੀ ਵੀ ਜਿਹੜਾ ਇਹ 'ਚ ਜੀ ਆਹ NCERT 'ਚ ਵੀ ਇਹੀ ਕਰਨਾ ਜੀ। ਅੱਛਾ ਜਿਨ NCERT 'ਚ ਇਹ ਪਾਰਟ ਆਏਗਾ, ਇਹ ਪਾਰਟ ਹੀ 2 ਨੰਬਰਾਂ ਦਾ ਹੋਊਗਾ, ਇਹ 5 ਨੰਬਰ ਦਾ ਹੁੰਦਾ ਹੀ ਨਹੀਂ। ਅੱਛਾ ਜੀ ਠੀਕ ਹੈ, ਠੀਕ ਹੈ ਜੀ। ਗੱਲ ਸਮਝ ਆ ਗਿਆ। ਇਹ ਜਦੋਂ ਆਏਗਾ ਹਾਂਜੀ, ਇਹ ਹਾਂਜੀ। ਇਹਨਾਂ ਦੇ ਸਾਰਾ ਪਾਰਟ ਲਿਖਣਾ ਹੈ, ਇਹ 2 ਨੰਬਰ 'ਚ ਹੀ ਆਏਗਾ, 5 ਨੰਬਰ 'ਚ ਆਉਂਦਾ ਹੀ ਨਹੀਂ। ਹੁਣ ਆ ਗਿਆ ਮਾਈਕਰੋਬਸ ਇਨ ਦਾ ਇੰਡਸਟਰੀਅਲ ਪ੍ਰੋਡਕਟ। ਠੀਕ ਹੈ, ਉਦਯੋਗਾਂ ਦੇ ਵਿੱਚ ਜਿਹੜੀ ਉਦਯੋਗ ਨੇ ਉਹਨਾਂ ਦੇ ਵਿੱਚ ਅਸੀਂ ਮਾਈਕਰੋਬਸ ਨੂੰ ਕਿਵੇਂ ਕਿਵੇਂ ਯੂਜ਼ ਹੁੰਦੇ ਆ। ਸਭ ਤੋਂ ਪਹਿਲਾਂ ਫਰਮੈਂਟਰ ਉਹੀ ਵਿਚਾਰਾ, ਇਹ ਮੈਂ ਤੁਹਾਨੂੰ ਕਿਹਾ ਵੀ ਇਹ ਸਾਰੇ ਕਿਤੇ ਇਹੀ ਯੂਜ਼ ਹੋਏਗਾ ਤੁਹਾਡੇ ਕੋਲ, ਸੈਕਰੋਮਾਈਸਿਸ ਸੈਰੀਵੈਸਿਸ that is the Baker's yeast। ਠੀਕ ਹੈ, ਇੱਥੇ ਬੱਚੋ ਤੁਹਾਡੇ ਕੋਲ ਫਰਮੈਂਟਰ ਤੋਂ ਕੀ ਬਣੇਗਾ, ਅਲਕੋਹਲ ਬਣੇਗਾ। ਠੀਕ ਹੈ, ਇੱਥੇ ਅਲਕੋਹਲ ਬਣੇਗਾ। ਅਲਕੋਹਲ ਅੱਗੇ ਬਹੁਤ ਅਗਲੀਆਂ ਇੰਡਸਟਰੀਜ਼ ਦੇ ਵਿੱਚ ਯੂਜ਼ ਹੋਏਗਾ। ਠੀਕ ਹੈ, ਜਿਹੜਾ ਅਲਕੋਹਲ ਹੈ, ਅਲਕੋਹਲ ਇੰਡਸਟਰੀਜ਼ ਦੇ ਵਿੱਚ ਯੂਜ਼ ਹੋਏਗਾ। ਕਲੀਅਰ ਹੈ, ਇਹ ਠੀਕ ਹੈ ਸਾਰਾ ਜੀ। ਪਾਰਟ ਆਪਾਂ ਉਧਰ ਵੀ ਕਰ ਲਿਆ। ਸੈਕੰਡ ਪਾਰਟ ਜਿਹੜਾ ਬੰਦਾ that is the antibiotics। what is this antibiotics? ਮਤਲਬ ਐਂਟੀਬਾਇਓਟਿਕਸ ਮੈਂ ਤੁਹਾਨੂੰ ਉਦੋਂ ਸਮਝਾਇਆ ਸੀ। ਹਾਂ ਜੀ ਵੀ ਉਹਨਾਂ ਸਮਝ ਦਾ, ਆਇਆ? ਹਾਂ ਜੀ ਮੈਂ ਉਹਨਾਂ ਦਾ ਸਾਰੇ ਬੈਕਟੀਰੀਆ ਦਾ ਜੂਸ ਜਾਂ ਕੱਢ ਕੇ ਜਾਂ ਇਸ ਤਰ੍ਹਾਂ ਦੀ ਦਵਾਈ ਜਾਂ ਬਣਾ ਲਓ ਬਣਦੀ ਸਾਰੇ ਹੈ ਇਸ ਤਰ੍ਹਾਂ ਬੈਕਟੀਰੀਆ ਦੀ। ਨਹੀਂ ਹੈ, ਕੋਈ ਵੀ ਮਾਈਕਰੋਬਸ ਜਿਹੜਾ ਐਂਟੀ ਮਤਲਬ ਵਿਰੁੱਧ, ਬਾਇਓਟਿਕਸ ਮਤਲਬ ਲਿਵਿੰਗ ਦੇ, ਜਦੋਂ ਇੱਕ ਕੋਈ ਵੀ ਮਾਈਕਰੋਬ ਦਾ, ਕਿਸੇ ਵੀ ਮਾਈਕਰੋਬ ਦਾ ਪਾਰਟ ਦੂਸਰੇ ਮਾਈਕਰੋਬ ਨੂੰ ਮਾਰਨ ਲਈ ਅਸੀਂ ਯੂਜ਼ ਕਰਦੇ ਹਾਂ, that is used as antibiotics। ਉਹ ਕਹਿੰਦੇ ਵੀ ਗਰੋਥ ਨਹੀਂ ਹੋਣ ਦਿੰਦਾ। Antibiotics produced by microbes are regarded as one of the most significant discovery of 12th century, 20th century। ऐसा कितने anti in Greek word means the against, bio means life, they together against the life। ठीक है ना, ये किसे पूरी एक लाइफ ਨੂੰ खत्म करते हैं। What are antibiotics? Antibiotics are chemical substances which are produced by some of the microbes, can kill and retard the growth of other disease causing microbes। ठीक है, मान लो ਤੁਹਾਡੇ ਤੇ ਕੋਈ ਫੰਗਲ ਅਟੈਕ ਕਰ ਗਿਆ। ਠੀਕ ਹੈ, ਤੁਹਾਡੇ ਤੇ ਕੋਈ ਫੰਗਲ ਅਟੈਕ ਕਰ ਗਿਆ ਤਾਂ ਤੁਸੀਂ ਕੋਈ ਐਂਟੀਬਾਇਓਟਿਕ ਖਾ ਰਹੇ ਹੋ। ਤੁਸੀਂ ਐਂਟੀਬਾਇਓਟਿਕ ਮੰਨ ਲਓ ਕੋਈ ਜਦੋਂ ਵੀ ਤੁਹਾਨੂੰ ਮੰਨ ਲਓ ਕੋਈ ਵੀ ਫੰਗਲ ਅਟੈਕ ਹੁੰਦਾ ਤਾਂ ਕਲੈਵਿਸਨ ਖਾਂਦੇ ਆਪਾਂ, ਤਾਂ ਉਹ ਕੀ ਕਰੇਗੀ, ਉਹ ਇਸ ਨੂੰ ਮਾਰ ਦੇਗੀ। ਠੀਕ ਹੈ, ਮੰਨ ਲਓ ਤੁਹਾਡੇ ਤੇ ਅੱਜ ਕਰੋਨਾ ਦਾ ਕੋਈ ਕਿਸੇ ਤੇ ਵੀ ਹੁੰਦਾ, ਉਹ ਵਾਇਰਸ ਦਾ ਅਟੈਕ ਹੈ। ਠੀਕ ਹੈ, ਉਸ ਨੂੰ ਮਾਰਨ ਦੇ ਲਈ ਕੀ ਦਿੱਤੀ ਜਾਂਦੀ ਹੈ, ਐਜ਼ਿਥਰੋਮਾਈਸਿਨ। ਇਵਨ ਤਾਂ ਉਸ ਤੇ ਕੋਈ ਫਰਕ ਨਹੀਂ ਪੈਂਦਾ, ਪਰ ਉਹਦੀ ਗਰੋਥ ਨੂੰ ਸਟਾਪ ਕਰ ਦਿੰਦੇ ਐਜ਼ਿਥਰੋਮਾਈਸਿਨ। ਜੇ ਤੁਸੀਂ ਕੋਈ ਵੀ ਫੰਗਲ ਡਿਜ਼ੀਜ਼ ਆਪਣੀ ਮੰਨ ਲਓ, ਕੋਈ ਵੀ ਬੈਕਟੀਰੀਅਲ ਖੰਘ ਜ਼ੁਕਾਮ ਹੈ, ਕੋਈ ਅਲਰਜੀ ਹੈ, ਤਾਂ ਉਹ ਵਾਲੀ ਇਨਫੈਕਸ਼ਨ ਲਈ ਐਜ਼ਿਥਰੋਮਾਈਸਿਨ ਕੀ ਇੱਕ ਐਂਟੀਬਾਇਓਟਿਕ ਹੈ। ਇਸ ਵਿੱਚ ਕੀ ਹੁੰਦੇ ਆ, ਐਜ਼ਿਥਰੋਮਾਈਸਿਨ ਬੈਕਟੀਰੀਆ ਹੁੰਦੇ। ਠੀਕ ਹੈ, ਉਹ ਕੀ ਕਰਦੇ ਆ, ਉਹ ਵਾਇਰਸ ਤੇ ਅਟੈਕ ਕਰਦੇ ਆ। ਤਾਂ ਇੱਕ ਤਰ੍ਹਾਂ ਦਾ ਬੈਕਟੀਰੀਆ ਨੂੰ ਅਸੀਂ ਯੂਜ਼ ਕਿਸ ਤੇ ਕਰ ਰਹੇ ਹਾਂ, ਅਸੀਂ ਵਾਇਰਸ ਨੂੰ ਮਾਰਨ ਲਈ ਕਰ ਰਹੇ ਹਾਂ। that's why that is called antibiotic। ਕਲੀਅਰ ਹੈ, ਐਂਟੀਬਾਇਓਟਿਕ ਸਮਝ ਆ ਗਿਆ ਸਾਰਿਆਂ ਨੂੰ? ਹਾਂਜੀ, ਜੇ ਆਪਾਂ ਇਸ ਤੋਂ ਅੱਗੇ ਚਲੇ ਜਾਈਏ ਇਸੇ ਹੀ ਟੌਪਿਕ ਦੇ ਵਿੱਚ, ਇਸ ਟੌਪਿਕ ਦੇ ਵਿੱਚ ਇਹ ਤੁਹਾਡੇ ਕੋਲ ਆ ਗਈਆਂ ਅੱਗੇ ਅਲੱਗ-ਅਲੱਗ ਤਰ੍ਹਾਂ ਦੀਆਂ ਮੈਡੀਸਿਨਸ। ਤਾਂ ਇਹ ਜਿਹੜੀ ਮੈਡੀਸਿਨਸ ਹੈ ਬੱਚੋ, ਤੁਹਾਡੇ ਕੋਲ ਸਿਲੇਬਸ 'ਚ ਸਭ ਤੋਂ ਪਹਿਲਾਂ ਪੈਨਸਿਲਿਨ ਹੈ ਨਾ, ਬੜੀ ਕਾਮਨ ਜੀ ਗੱਲ ਹੈ, ਅਲੈਗਜ਼ੈਂਡਰ ਫਲੈਮਿੰਗ ਨੇ ਖੋਜ ਕੀਤੀ ਸੀਗੀ। ਉਸਨੇ ਕੀ ਕੀਤਾ ਸੀ, ਸਟੈਫਾਈਲੋਕੋਕਾਈ ਬੈਕਟੀਰੀਆ ਨੂੰ ਦੇਖਿਆ ਸੀਗਾ। ਠੀਕ ਹੈ, ਉਸਨੇ ਸਟੈਫਾਈਲੋਕੋਕਾਈ ਬੈਕਟੀਰੀਆ ਨੂੰ ਜਦੋਂ ਅਬਜ਼ਰਵ ਕੀਤਾ ਵੀ ਜਿਹੜੇ ਬੈਕਟੀਰੀਆ ਇਹ ਆਪਣੇ ਆਸ-ਪਾਸ ਕਿਸੇ ਮੋਲਡ ਯਾਨੀ ਕਿ ਫੰਜਾਈ ਨੂੰ ਗਰੋ ਨਹੀਂ ਹੋਣ ਦਿੰਦਾ। ਠੀਕ ਹੈ, ਤਾਂ ਉਹ ਉਸ ਤੇ ਬੇਸ ਤੇ ਉਸਨੇ ਮੈਡੀਸਿਨਸ ਨੂੰ ਕੱਢਿਆ ਸੀਗਾ। ਫਿਰ ਅਗਲੀਆਂ ਸਾਰੀਆਂ ਮੈਡੀਸਿਨਸ ਆ, ਬਸ ਤੁਸੀਂ ਮੇਨ ਤੁਹਾਨੂੰ ਇੱਥੇ ਜਿਹੜੇ ਕੁਐਸਚਨ ਆਣੇ ਚਾਹੀਦੇ ਨੇ ਕਿ ਵੀ ਆਹ ਪੈਨਸਿਲਿਨ ਦੀ ਖੋਜ ਕਿਸਨੇ ਕਦੋਂ ਕੀਤੀ, ਦੈਟ ਇਜ਼ ਵੈਰੀ ਸਿੰਪਲ। ਉਹ ਹੈ ਨਹੀਂ ਗਾ ਨਾ ਕੋਈ ਖਾਸ, ਪਰ ਕੋਈ ਪੁੱਛ ਵੀ ਸਕਦਾ ਫਲੈਮਿੰਗ ਇਹਦਾ ਇਸ ਦੇ ਵਿੱਚ। ਅਦਰਵਾਈਜ਼ ਵਾਟ ਆਰ ਐਂਟੀਬਾਇਓਟਿਕਸ ਕੀ ਹੈ ਤੇ ਉਹਨਾਂ ਦੇ ਯੂਜ਼ਸ ਕੀ ਹੈ, ਇਹ ਵਾਲਾ ਪਾਰਟ ਆ। ਠੀਕ ਹੈ,
ਤਾਂ ਇਸ ਤੋਂ ਬਾਅਦ ਤੁਸੀਂ ਆ ਜਾਓ ਬੱਚੋ, ਮੈਂ ਇੱਕ ਵਾਰ ਇਹਨੂੰ ਰੇਜ਼ ਕਰਦਾ। ਚੈਪਟਰ ਸਮਝ ਆ ਰਿਹਾ? ਹਾਂਜੀ ਜੇ ਤੁਸੀਂ ਰੋਜ਼ ਕਲਾਸ ਲਗਾਓ ਨਾ ਬਾਇਓ ਦੀ, ਤਾਂ ਟਿਊਸ਼ਨਾਂ ਦੇ ਪੈਸੇ ਹੀ ਨਾ ਲਾਣੇ ਪੈਣ। ਮੈਂ ਇਹ ਕਰਦੀ ਹਾਂ, ਮੈਂ ਲਾਉਂਦੇ ਵੀ ਤਾਂ ਇਹ ਵੀ ਹੈਗੇ ਕਰਦੀ, ਇੱਕ ਕੰਮ ਮੈਂ ਵੀ ਕਰਦੀ ਹਾਂ ਤੁਹਾਡੇ ਸਾਰਿਆਂ ਕੀ ਲਈ ਨਾ, ਕਰਦੇ? ਪੈਸੇ ਲੈ ਕੇ ਟਿਊਸ਼ਨਾਂ ਲਗਾਉਣੀ ਸ਼ੁਰੂ ਕਰ ਦਿੰਦੀ ਹਾਂ ਬਾਇਓ ਵਾਸਤੇ। ਲਾ ਲਓ ਜੀ, ਸਾਡਾ ਹੀ ਫਾਇਦਾ ਹੀ ਇਹਦੇ ਵਿੱਚ ਤਾਂ ਹੀ। ਹਾਂ ਮੈਂ ਵੀ ਕੰਮ ਕਰਦੀ ਹਾਂ, ਮੈਂ ਟਿਊਸ਼ਨ ਲਾਣੀ ਸ਼ੁਰੂ ਕਰਦੀ ਹਾਂ ਤਾਂ ਕਿ ਤੁਸੀਂ ਲੋਕ ਮੇਰੇ ਨਾਲ ਕਲਾਸ ਲਾਓ। ਹਾਂਜੀ ਬੱਚੋ, ਹੁਣ ਜਿਹੜਾ ਇਸ ਮੈਂ ਤੁਹਾਨੂੰ ਕੰਮ ਦੱਸਣ ਲੱਗੀ ਹਾਂ, ਇਸ ਦੇ ਇੱਕ ਇੱਕ ਲਾਈਨ ਪੇਪਰ 'ਚ 1 ਨੰਬਰ ਦੇ, 2 ਨੰਬਰ ਦੇ ਜਾਂ 3 ਨੰਬਰ 'ਚ ਆਇਆ ਤਾਂ ਸਾਰਾ ਦਾ ਸਾਰਾ ਇਹ ਪੈਰਾ ਤੁਹਾਡੇ ਕੋਲ ਕੁਐਸਚਨ ਬਣ ਕੇ ਆ ਸਕਦਾ। ਇਹ ਵਾਲਾ ਪੈਰਾ, ਇਹਦੀ ਇੱਕ ਇੱਕ ਲਾਈਨ ਸੁਣੋ। ਸਭ ਤੋਂ ਪਹਿਲਾਂ ਬੱਚੋ ਇਹ ਹੈ ਕੈਮੀਕਲ ਐਂਜ਼ਾਈਮ ਤੇ ਅਦਰ ਬਾਇਓ ਐਕਟਿਵ ਮੋਲੀਕੂਲਸ। ਜਿਵੇਂ ਆਪਾਂ ਕਹਿੰਦੇ ਆ ਵੀ ਸਾਬੁਨ ਹੈ ਜਾਂ ਸਰਫ ਹੈ, ਸਰਫ ਦੇ ਵਿੱਚ ਚਿਕਨਾਈ ਵਾਲੇ ਦਾਗ ਕਿਵੇਂ ਉਤਰਦੇ ਨੇ, ਠੀਕ ਹੈ। ਇਹ ਕੱਲੇ ਕੱਲੇ, ਜਾਂ ਅਸੀਂ ਕਹਿੰਦੇ ਜਿਹੜਾ ਸਿਰਕਾ ਹੈ, ਸਿਰਕਾ ਬਣਿਆ ਇਹ ਕਿਹੜੇ ਐਸਿਡ ਤੋਂ ਬਣਿਆ? ਇਨਫੈਕਟ ਬੈਕਟੀਰੀਆ ਯੂਜ਼ ਹੁੰਦੇ ਨੇ ਜਿਹੜੇ ਕੈਮੀਕਲ, ਇੱਕ ਅਸੀਂ ਕਹਿੰਦੇ ਇੰਡਸਟਰੀਅਲ ਲੈਵਲ ਦੇ ਉੱਪਰ। ਤਾਂ ਉਹ ਕਿਵੇਂ ਕਿਵੇਂ ਬਣਿਆ, ਉਹ ਇੱਕ ਇੱਕ ਲਾਈਨ ਦੇਖੋ ਵੀ ਤੁਹਾਡੇ ਸਿਲੇਬਸ 'ਚ ਕਿਹੜੀ ਕਿਹੜੀ ਚੀਜ਼ ਹੈ। Microbes are used for commercial and industrial production of certain chemical like organic acid, alcohol ਤੇ enzyme, ਠੀਕ ਹੈ। ਸਭ ਤੋਂ ਪਹਿਲਾਂ ਹੈ Aspergillus niger, ਇਹ ਕੀ ਹੈ? ਇੱਕ ਫੰਜਾਈ ਹੈ। ਇਹ ਕੀ ਬਣਾਉਣ ਕੰਮ ਚ ਆਉਂਦੇ ਆ? ਸਿਟਰਿਕ ਐਸਿਡ, ਠੀਕ ਹੈ। ਐਸੀਟੋਬੈਕਟਰ ਐਸੀਟਾਈ ਇੱਕ ਬੈਕਟੀਰੀਆ ਹੈ, ਇਹ ਐਸੀਟਿਕ ਐਸਿਡ ਬਣਾਉਣ ਦੇ ਕੰਮ ਆਉਂਦੇ ਆ। ਇਹ ਸਿਟਰਿਕ ਐਸਿਡ ਤੁਹਾਨੂੰ ਵੈਸੇ ਤਾਂ ਉਸ 'ਚ ਵੀ ਮਿਲ ਜਾਏਗਾ, ਨਿੰਬੂ ਵਗੈਰਾ ਦੇ ਵਿੱਚ ਆਪਾਂ ਕਹਿੰਦੇ ਵੀ ਸਿਟਰਿਕ ਐਸਿਡ ਹੁੰਦਾ ਹੈ, ਪਰ ਜਦੋਂ ਫੈਕਟਰੀ ਲੈਵਲ ਤੇ ਬਣਾਉਣਾ ਹੈ, ਕਿੰਨੇ ਕੁ ਨਿੰਬੂ ਦਾ ਬਣਾਉਂਦੇ, ਉਹ ਫੈਕਟਰੀ ਲੈਵਲ ਤੇ ਜਦੋਂ ਕੰਮ ਹੁੰਦਾ ਹੈ ਉੱਥੇ ਫੰਗਸ ਯੂਜ਼ ਕੀਤੀ ਜਾਂਦੀ ਹੈ, ਐਸਪਰਜਿਲਸ ਨਾਈਗਰ। ਜਦੋਂ ਐਸਿਟਿਕ ਐਸਿਡ ਕੀ ਸਿਰਕਾ, ਇਹ ਕਿੱਥੋਂ ਬਣਦਾ ਹੈ? ਐਸੀਟੋਬੈਕਟਰ ਐਸੀਟਾਈ ਤੋਂ। ਕਲੋਸਟ੍ਰੀਡੀਅਮ ਬੋਟੂਲਿਨਮ ਜਿਹੜਾ ਇਹ ਬੈਕਟੀਰੀਆ ਹੈ, ਇਹ ਬਿਊਟਰਿਕ ਐਸਿਡ ਤੇ ਲੈਕਟੋਬੈਸਿਲਸ ਲੈਕਟਿਕ ਐਸਿਡ ਬਣਾਉਣ ਦੇ ਕੰਮ ਆਉਂਦਾ ਹੈ। ਇਹ ਕਈ ਵਾਰ ਕੀ ਕਰਦੇ ਆ, ਤੁਹਾਨੂੰ ਪੇਪਰ 'ਚ ਪੋਸੀਬਲ ਆ ਵੀ ਹੁਣ ਇਹ ਚਾਰਾਂ ਦੇ ਨਾਮ ਦੇ ਦੇਣ, ਇੱਧਰ ਆ ਚਾਰ ਦੇ ਨਾਮ ਦੇ ਦੇਣ ਤੇ ਆਪਸ ਦੇ ਵਿੱਚ ਤੁਸੀਂ ਮੈਚਿੰਗ ਕਰਨੀ ਹੋਵੇ, ਜਾਂ ਤੁਹਾਨੂੰ ਕਿਸੇ ਇੱਕ ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ। ਇਹਨੂੰ ਐਜ ਇਟ ਇਜ਼ ਤੁਸੀਂ ਯਾਦ ਕਰਨਾ। ਫਿਰ ਵਿਚਾਰਾ ਸੈਕਰੋਮਾਈਸਿਸ ਸਾਰੀ ਬੇਸਿਸ ਫਿਰ ਆ ਗਈ, ਇਹ ਐਥੇਨੋਲ ਯਾਨੀ ਕਿ ਅਲਕੋਹਲ ਬਣਾਉਣ ਦੇ ਕੰਮ ਆਉਂਦੀ ਹੈ। ਮਾਈਕਰੋਬਸ ਆਰ ਆਲਸੋ ਯੂਜ਼ਡ ਫॉर ਪ੍ਰੋਡਕਸ਼ਨ ਆਫ ਐਂਜ਼ਾਈਮ। ਇੱਥੇ ਆ ਜਾਓ, ਜਿਹੜਾ ਲਾਈਪੇਜ ਹੈ, ਜਿਹੜਾ ਡਿਟਰਜੈਂਟ ਵਿੱਚ ਯੂਜ਼ ਹੁੰਦਾ, ਜਦੋਂ ਆਪਾਂ ਕਹਿੰਦੇ ਆ ਵੀ ਰਿਮੂਵਿੰਗ ਦ ਆਇਲ ਸਟੇਨ, ਠੀਕ ਹੈ, ਲਾਂਡਰੀ ਵਿੱਚ ਕੱਪੜੇ ਧੋਣ ਵਿੱਚ ਕੰਮ ਆਉਂਦਾ ਹੈ, ਠੀਕ ਹੈ। ਇਹ ਬਹੁਤ ਸਾਰੇ ਜਿਹੜੇ ਮਾਈਕਰੋਬਸ ਨੇ ਉਹ ਇਹ ਲਾਈਪੇ ਇਹਨਾਂ ਨੂੰ ਇਸ ਦੇ ਵਿੱਚ ਯੂਜ਼ ਕੀਤੇ ਜਾਂਦੇ, ਠੀਕ ਹੈ। ਫਿਰ ਜਿਹੜੇ ਬੋਟਲ ਜੂਸ ਹੈ, ਜਿਹੜੇ ਤੁਸੀਂ ਘਰ ਦੇ ਵਿੱਚ ਜੂਸ ਕੱਢਦੇ ਹੋ, ਮੰਨ ਲਓ ਤੁਹਾਡੇ ਕੋਲ ਐਪਲ ਜੂਸ ਹੈ, ਐਪਲ ਜਾਂ ਕੋਈ ਵੀ ਲੈ ਲਓ, ਘਰ ਤੁਸੀਂ ਜੂਸ ਕੱਢੋਗੇ, ਉਸ ਦਾ ਕਲਰ ਤੇ ਜੇ ਤੁਸੀਂ ਬੋਟਲ ਬੰਦ ਜੂਸ ਲੈ ਕੇ ਆਉਂਦੇ ਹੋ ਉਸ ਦਾ ਕਲਰ, ਇਹਨਾਂ ਦੋਨੋਂ ਦੇ ਵਿੱਚ ਫਰਕ ਹੁੰਦਾ, ਇਹਨਾਂ ਦੋਨੋਂ ਦੇ ਵਿੱਚ ਫਰਕ ਹੁੰਦਾ। ਉਹ ਕਿੱਥੇ? ਉਹ ਜਿਹੜੇ ਐਂਜ਼ਾਈਮ ਪੈਕਟੀਨੇजेस ਤੇ ਪ੍ਰੋਟੀਏजेस ਦੀ ਹੈਲਪ ਦੇ ਨਾਲ ਜੂਸ ਨੂੰ ਕਲੀਅਰ ਕੀਤਾ ਜਾਂਦਾ, ਠੀਕ ਹੈ। ਉਹ ਜਿਹੜੇ ਨੇ ਉਹਨਾਂ ਦੀ ਹੈਲਪ ਦੇ ਨਾਲ ਇਹਨਾਂ ਨੂੰ ਕਲੀਅਰ ਕੀਤਾ ਜਾਂਦਾ। ਫਿਰ ਇੱਕ ਜਿਹੜਾ ਸਟੈਪਟੋਕਾਈਨੇਜ ਹੈ, ਜਿਸ ਨੂੰ ਪ੍ਰੋਡਿਊਸ ਕਰਦਾ ਸਟੈਪਟੋਕੋਕਸ ਬੈਕਟੀਰੀਆ ਕਰਦਾ ਹੈ। ਇਹ ਮੰਨ ਲਓ ਕੋਈ ਬੰਦੇ ਦੇ ਉਸ ਦੀ ਕਿਸੇ ਵੀ ਇੱਕ ਨਾੜੀ ਦੇ ਵਿੱਚ, ਕੋਈ ਵੀ ਇੱਕ ਨਾੜੀ ਵਿੱਚ ਕੋਈ ਬਲੱਡ ਦਾ ਕਲੋਟ ਆ ਗਿਆ, ਜਿਸ ਦੇ ਕਾਰਨ ਉਹਨੂੰ ਹਾਰਟ ਅਟੈਕ ਜਾਂ ਕੁਝ ਵੀ ਹੋ ਰਿਹਾ। ਹੁਣ ਜਦੋਂ ਆਪਾਂ ਕਹਿੰਦੇ ਵੀ ਬਲੱਡ ਦਾ ਕਲੋਟ ਕੱਢਿਆ ਜਾ ਰਿਹਾ, ਬਲੱਡ ਦਾ ਕਲੋਟ ਰਿਮੂਵਿੰਗ ਕਿਸ ਤੋਂ ਹੁੰਦੀ ਹੈ? ਇਹ ਜੈਨੇਟਿਕ ਇੰਜੀਨੀਅਰਿੰਗ ਹੈ ਸਟੈਪਟੋਕੋਕਸ ਦੀ, ਉੱਥੇ ਯੂਜ਼ ਹੁੰਦਾ। ਇਹ ਆਪਾਂ ਅਗਲੇ ਚੈਪਟਰ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਕੰਮ ਕਰਾਂਗੇ, ਠੀਕ ਹੈ। ਉਹ ਸਟੈਪਟੋਕਾਈਨੇਜ ਦੀ ਹੈਲਪ ਦੇ ਨਾਲ ਹੁੰਦੀ ਹੈ। ਇੱਕ ਐਂਜ਼ਾਈਮ ਹੈ, ਇਸ ਨੂੰ ਕੌਣ ਬਣਾਉਂਦਾ ਹੈ? ਇਸ ਨੂੰ ਬੈਕਟੀਰੀਆ ਸਟੈਪਟੋਕੋਕਸ ਬਣਾਉਂਦਾ ਹੈ, ਠੀਕ ਹੈ। ਅੰਡਰਗੋਨ ਮਾਈਕੋਕਾਰਡੀਅਲ ਇਨਫੈਕਸ਼ਨ ਲੀਡਿੰਗ ਟੂ ਦਾ ਹਾਰਟ ਅਟੈਕ। ਕਲੀਅਰ? ਹਾਂਜੀ ਬੱਚੋ, ਅੱਗੇ ਇਸ ਦੇ ਉੱਪਰ ਪੂਰਾ 2 ਨੰਬਰ ਦਾ ਕੁਐਸਚਨ ਆ ਜਾਂਦਾ। ਰਾਈਟ ਏ ਨੋਟ ਔਨ ਸਾਈਕਲੋਸਪੋਰਿਨ ਏ। ਸਾਈਕਲੋਸਪੋਰਿਨ ਏ, ਮੰਨ ਲਓ ਕਿਸੇ ਬੰਦੇ ਦੀ ਕਿਡਨੀ ਟ੍ਰਾਂਸਪਲਾਂਟ ਹੋ ਰਹੀ ਹੈ, ਠੀਕ ਹੈ, ਕਰ ਕੀ ਰਹੇ ਆਪਾਂ ਕਿਡਨੀ ਟ੍ਰਾਂਸਪਲਾਂਟ ਕਰ ਰਹੇ ਹਾਂ ਕਿਸੇ ਬੰਦੇ ਦੀ।
ਠੀਕ ਹੈ ਜੀ। ਕਿਡਨੀ, ਠੀਕ ਹੈ। ਜਦੋਂ ਤੁਸੀਂ ਇੱਕ ਬੰਦੇ ਤੋਂ ਲੈ ਕੇ ਕਿਡਨੀ ਦੂਸਰੇ ਦੇ ਵਿੱਚ ਪਾਉਂਦੇ ਹੋ ਤਾਂ ਇਹ ਪੋਸੀਬਲ ਹੈ ਕਿ ਉਸ ਦੀ ਕਿਡਨੀ ਨੂੰ ਨਾਲ ਦੀ ਨਾਲ ਉਹ ਨਾ ਕਰੇ, ਅਸੈਪਟ ਨਾ ਕਰੇ ਤੇ ਉੱਥੇ ਕੋਈ ਇਨਫੈਕਸ਼ਨ ਹੋ ਜਾਏ, ਠੀਕ ਹੈ ਨਾ। ਉਸ ਦੀ ਬੋਡੀ ਦੀ ਜਿਹੜੀ ਆਪਣੀ ਇਮਿਊਨਿਟੀ ਹੈ ਉਹ ਕੀ ਕਰਦੀ ਹੈ, ਉਹ ਕਹਿੰਦਾ ਵੀ ਕੋਈ ਫੋਰਨ ਚੀਜ਼ ਮੇਰੇ 'ਚ ਆ ਗਈ, ਉਹ ਜਾ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਉਸ ਟਾਈਮ ਉਹਨਾਂ ਨੂੰ ਇੱਕ ਇਮਿਊਨੋ ਸਪਰੈਸਿਵ ਦਿੰਦੇ ਆ, ਏਜੰਟ ਦਿੰਦੇ ਆ ਐਟ ਦਾ ਟਾਈਮ ਆਫ ਆਰਗਨ ਟ੍ਰਾਂਸਪਲਾਂਟ। ਤਾਂ ਉਹ ਕੀ ਹੈ, that is cyclosporin A, ਠੀਕ ਹੈ। ਇਸ ਨੂੰ ਪ੍ਰੋਡਿਊਸ ਕੌਣ ਕਰਦਾ ਹੈ, ਉਸ ਨੂੰ ਇੱਕ ਫੰਗਸ ਟ੍ਰਾਈਕੋਡਰਮਾ ਪੋਲੀਸਪਰਮਾ ਯੂਜ਼ ਕਰਦਾ, ਠੀਕ ਹੈ। ट्राइकोडर्मा पॉलीस्पर्मा, एक क्वेश्चन है ये, इत्थों तक पॉइंट है वाली लाइन। स्टेन प्रोड्यूस्ड बाय ईस्ट मोनाक्सस प्यूरिपेरिया हैज बीन कमर्शियलाइज्ड इन द ब्लड कोलेस्ट्रॉल लोअरिंग एजेंट। एक ही करता है ब्लड कोलेस्ट्रॉल लोअरिंग एजेंट का काम कर रही है, ठीक है। ਇਹ ਜਿਹੜੇ क्वेश्चन है ये ਤੁਹਾਨੂੰ ਕਿਤੇ ਵੀ 1 ਨੰਬਰ ਦੇ ਵੀ ਆ ਸਕਦੇ ਹੈ, ਕੋਲੈਕਟਿਵਲੀ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਬੈਟਰ ਹੈ ਕਿ ਤੁਸੀਂ ਇਸ ਨੂੰ ਐਜ ਇਟ ਇਜ਼ ਇੱਥੋਂ ਯਾਦ ਕਰੋ, ਇਸ ਨੂੰ ਕਿਤੋਂ ਹੋਰ ਕਰਨ ਦੀ ਲੋੜ ਹੀ ਨਹੀਂ। ਕਲੀਅਰ ਹੋ ਗਿਆ? ਹਾਂਜੀ ਕਲੀਅਰ ਹੈ ਕਿ ਆਹ ਪਾਰਟ ਜਿਹੜਾ ਹੈ, ਤੁਸੀਂ ਜਿਹੜਾ ਕੈਮੀਕਲ ਐਂਜ਼ਾਈਮ ਬਾਇਓਐਕਟਿਵ ਵੀ ਸਭ ਤੋਂ ਪਹਿਲਾਂ ਅਲੱਗ-ਅਲੱਗ ਐਸਿਡ ਹੈ, ਅਲੱਗ-ਅਲੱਗ ਐਸਿਡ ਹੈ, ਅਲੱਗ-ਅਲੱਗ ਕਿੱਥੋਂ ਕਿਹੜੇ ਮਾਈਕਰੋਬ ਵੱਲੋਂ ਕੀਤਾ ਜਾਂਦਾ। फिर ईस्ट का आ गया, तो फिर ईस्ट का आ गया, फिर तुहाडे कोल ओह आ गया भी किहड़े यूज हुंदे जिहड़े लाइपेजेस है ओह लॉन्ड्री दे विच यूज हुंदे। उस तो बाद तुहाडे कोल आ गया भी क्लॉट बस्टर कौन है, स्ट्रेप्टोकोकस दी जेनेटिक इंजीनियरिंग तो असीं उहनूं प्रोड्यूस करदे हां। हार्ट अटैक जिहड़े ब्लड क्लॉट है, जिहड़ा वाला ब्लड क्लॉट आ गया किसी दी बॉडी दे विच, क्लॉट ਨੂੰ ਰਿਮੂਵ ਕਰਨ ਦੇ ਵਿੱਚ ਹੈਲਪ ਕਰਦਾ, ਠੀਕ ਹੈ। ਫਿਰ ਸਾਈਕਲੋਸਪੋਰਿਨ ਦੇ ਉੱਪਰ ਕੁਐਸਚਨ ਕਲੀਅਰ ਹੈ। ਤਾਂ ਇਹ ਸਾਰਾ ਦਾ ਸਾਰਾ ਜਿਹੜਾ ਪਾਰਟ ਹੈ ਬੱਚੋ, ਇਹ ਤੁਹਾਡੇ ਐਜ ਇਟ ਇਜ਼ ਤੁਸੀਂ ਇਸ ਨੂੰ ਯਾਦ ਕਰਨਾ। ਮਾਨਵ ਇਹ ਸਾਰੇ ਕੀ ਗੱਲ ਸੁੱਤੇ ਪਏ ਆ, ਹੁਣ ਆ ਰਹੇ ਆ ਕਲਾਸ ਦੇ ਵਿੱਚ? ਹਾਂਜੀ ਕਲੀਅਰ ਹੈ ਸਾਰਿਆਂ ਨੂੰ? ਹਾਂਜੀ ਹਾਂਜੀ। मैं ना ये देखते हाँ 10 मिनट ही रह गए हम तो अपने को। हाँ जी अगला बहुत ज्यादा इंपॉर्टेंट पार्ट है बच्चों, माइक्रोब्स इन द सीवेज ट्रीटमेंट। यह तुहाडे कोल डायरैक्ट जिहड़ा ये वाला पार्ट है, यह तुहाडे तो डायरैक्ट उस ते पूछ लैंदे हैं। 5 नंबर ਦੇ ਵਿੱਚ ਵੀ क्वेश्चन आ जाता है सीवेज ट्रीटमेंट। सीवेज की है बच्चों, ਇਹ ਤੁਸੀਂ ਮੰਨੋ ਇਹ ਤੁਹਾਡੇ ਘਰ ਦੀਆਂ ਸਾਰੀਆਂ ਦੇ ਸਾਰੀਆਂ ਮੰਨ ਲਓ ਇੱਕ ਕਲੋਨੀ ਹੈ, ਕੋਈ ਵੀ ਉਹਨਾਂ ਦੀ ਸਾਰੀਆਂ ਟਾਇਲਟਸ ਇੱਕ ਜਗ੍ਹਾ ਤੇ ਜਾ ਕੇ ਇੱਕ ਗਟਰ ਦੇ ਵਿੱਚ ਜਾ ਕੇ ਖੁੱਲਦੀਆਂ। ਕਲੀਅਰ ਹੋ ਗਈ ਗੱਲ? ਠੀਕ ਹੈ। ਹੁਣ ਉਸ ਗਟਰ ਦੇ ਵਿੱਚ ਜਿੰਨਾ ਵੀ ਮਲਬਾ ਇਕੱਠਾ ਹੁੰਦਾ ਹੈ ਉਸ ਗਟਰ ਦੇ ਅੰਦਰ, that is called सीवेज। ਤੁਸੀਂ ਸੋਚ ਕੇ ਦੇਖੋ ਕਿ ਮਾਈਕਰੋਬ ਤੁਹਾਡੀ ਜ਼ਿੰਦਗੀ 'ਚ ਕਿੱਡਾ ਵੱਡਾ ਕੰਮ ਕਰਦੇ ਨੇ। ਜਿਹੜੇ ਇਹ ਮਾਈਕਰੋਬਸ ਹੈ, ਆਹ ਜਿਹੜਾ ਸੀਵੇਜ ਦਾ ਇੰਨਾ ਗੰਦਾ ਪਾਣੀ ਹੈ, ਇਸ ਨੂੰ ਬਿਲਕੁਲ ਕਲਿਸਟਰ ਕਲੀਅਰ ਪਾਣੀ ਬਣਾ ਦਿੰਦੇ ਨੇ, ਬਿਲਕੁਲ ਕਲਿਸਟਰ ਕਲੀਅਰ ਪਾਣੀ, ਜਿਸ ਨੂੰ ਕਿ ਨਦੀਆਂ ਦੇ ਵਿੱਚ ਨਹਿਰਾਂ ਵਿੱਚ ਐਜ ਇਟ ਇਜ਼ ਛੱਡਿਆ ਜਾਂਦਾ। ਠੀਕ ਹੈ। ਹੁਣ ਤੁਸੀਂ ਸਾਰੇ ਇਸ ਪ੍ਰੋਸੈਸ ਨੂੰ ਸਮਝੋ ਕਿ ਇਹ ਕੰਮ ਕਿਵੇਂ ਕਿਵੇਂ ਹੁੰਦਾ। ਇਹ ਇੱਕ ਪੂਰੀ ਪ੍ਰੋਸੈਸ ਹੈ, ਇਸ ਨੂੰ ਐਜ ਇਟ ਇਜ਼ ਸਮਝਣ ਦੀ ਕੋਸ਼ਿਸ਼ ਕਰੋ। ਹਾਂਜੀ ਜਿਹੜੀ ਆ ਪ੍ਰੋਸੈਸ ਹੈ, ਇਸ ਪ੍ਰੋਸੈਸ ਨੂੰ ਜੇ ਤੁਸੀਂ ਸਮਝਦੇ ਹੋ, ਸਭ ਤੋਂ ਪਹਿਲਾ ਪੁਆਇੰਟ, ਸਭ ਤੋਂ ਤੁਸੀਂ ਪਹਿਲਾਂ ਲਓ, ਇਹ ਇੱਕ ਗਟਰ ਦਾ ਇੱਕ ਪਾਰਟ ਹੈ ਜਿਸ ਦੇ ਵਿੱਚ ਸਾਰਾ ਕੁਝ ਇਕੱਠਾ ਹੋ ਗਿਆ। ਦਿਸ ਇਜ਼ ਕਾਲਡ ਪ੍ਰਾਇਮਰੀ ਟ੍ਰੀਟਮੈਂਟ। ਜਦੋਂ ਇਸ ਤੋਂ ਇਹ ਸਾਰਾ ਦੂਸਰੇ ਗਟਰ ਵਿੱਚ ਪਾਇਆ ਜਾਂਦਾ ਹੈ ਤੇ ਇੱਥੇ ਬੜੇ ਬੜੇ ਮੋਟੇ ਮੋਟੇ ਨੈਟ ਲਗਾ ਦਿੱਤੇ ਜਾਂਦੇ। ਠੀਕ ਹੈ। ਇਹ ਨੈਟ ਕੀ ਕਰਦਾ ਹੈ, ਇਹ ਨੈਟ ਕੋਈ ਵੀ ਪੈਬਲ ਕਲੋਥ ਕੋਈ ਵੀ ਚੀਜ਼ ਇਸ ਦੇ ਵਿੱਚ ਹੋਏਗੀ, ਪੈਬਲ ਹੁੰਦੇ ਪੱਥਰ ਵਗੈਰਾ, ਉਹ ਉਸ ਨੂੰ ਛਾਂ ਦਿੰਦਾ।
क्लियर। ਹੁਣ ਇਹ ਆ ਗਿਆ ਦੂਸਰੇ ਟੈਂਕ ਦੇ ਵਿੱਚ। ਕਿੱਥੇ ਆ ਗਿਆ ਇਹ? ਦੂਜੇ ਟੈਂਕ ਦੇ ਵਿੱਚ। ਜਦੋਂ ਇਹ ਸਾਰਾ ਪਾਰਟ ਦੂਸਰੇ ਟੈਂਕ ਦੇ ਵਿੱਚ ਆ ਗਿਆ, ਇਸ ਨੂੰ ਕਾਫੀ ਦਿਨ ਇਹਨੂੰ ਸੈਟਲ ਹੋਣ ਦਿੰਦੇ। ਤੁਸੀਂ ਦੇਖਿਆ ਨਾ ਕਈ ਵਾਰ ਤੁਹਾਡੀ ਗਲੀ ਦੇ ਆਸ-ਪਾਸ ਉਹ ਲੋਕ ਗਟਰ ਸਾਫ਼ ਕਰਦੇ, ਉਹ ਕਾਲਾ ਪਾਰਟ ਕੱਢਦੇ ਆ, ਤਾਂ ਉਸ ਨੂੰ ਕਹਿੰਦੇ ਆ ਪ੍ਰਾਇਮਰੀ ਸਲੱਜ। ਠੀਕ ਹੈ। ਹੁਣ ਉੱਪਰਲਾ ਜਿਹੜਾ ਲਿਕੁਇਡ ਸੀਗਾ ਉਸ ਨੂੰ ਕਹਿੰਦੇ ਆ ਸੁਪਰਾਨਟੈਂਡੈਂਟ। ਠੀਕ ਹੈ। ਉਹ ਜਿਹੜਾ ਲਿਕੁਇਡ ਹੈ ਉਸ ਨੂੰ ਕੀ ਕਰਦੇ ਨੇ, ਉਹ ਸੈਕੰਡਰੀ ਟ੍ਰੀਟਮੈਂਟ ਪਲਾਂਟ ਵਿੱਚ ਲੈ ਜਾਂਦੇ ਆ। ਮੰਨ ਲਓ ਇਹ ਸੈਕੰਡਰੀ ਟ੍ਰੀਟਮੈਂਟ ਪਲਾਂਟ ਹੈ। ਠੀਕ ਹੈ। ਤੀਸਰਾ ਨੰਬਰ, ਪਹਿਲਾ ਇਹ ਸੀ ਨਾ, ਦੂਸਰਾ ਇਹ ਆ ਗਿਆ, ਤੀਸਰਾ ਪੁਆਇੰਟ ਇਹ ਆ ਗਿਆ। ਮੰਨ ਲਓ ਇਹਨੂੰ ਸੈਕੰਡਰੀ ਇਸ ਦੇ ਵਿੱਚ ਲੈ ਗਏ। ਦਿਸ ਇਜ਼ ਕਾਲਡ ਸੈਕੰਡਰੀ ਟ੍ਰੀਟਮੈਂਟ ਪਲਾਂਟ ਔਰ ਬਾਇਓਲੋਜੀਕਲ ਟ੍ਰੀਟਮੈਂਟ। ਜਿਹੜੇ ਜਿੱਥੇ ਇਸ ਨੂੰ ਸਾਰੇ ਨੂੰ ਸਾਫ਼ ਕੀਤਾ ਜਾਂਦਾ ਬੱਚੋ, ਉਹਨੂੰ ਕਹਿੰਦੇ ਆ STP। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਤੁਹਾਡੇ ਤੋਂ, STP ਸੀਵੇਜ ਟ੍ਰੀਟਮੈਂਟ ਪਲਾਂਟ। ਕਲੀਅਰ ਹੈ। ਹੁਣ ਇਸ ਜਗ੍ਹਾ ਤੇ ਕੀ ਕਰਦੇ ਆ, ਇਸ ਜਗ੍ਹਾ ਤੇ ਇੱਥੇ ਬਹੁਤ ਤੇਜ਼ੀ ਨਾਲ 에ਅਰ ਬਲੋ ਕਰਦੇ ਨੇ, ਹਵਾ ਨੂੰ ਕਿਸੇ ਵੀ ਚੀਜ਼ ਦੇ ਨਾਲ ਬਹੁਤ ਤੇਜ਼ੀ ਨਾਲ। ਬਹੁਤ ਬੜਾ ਟੈਂਕ ਹੁੰਦਾ ਹੈ, ਇਹਦੇ 'ਚ ਬਹੁਤ ਤੇਜ਼ੀ ਨਾਲ ਇੱਕ ਪਾਈਪ ਨਾਲ ਹਵਾ ਅੰਦਰ ਜਾਂਦੀ ਹੈ, ਬਹੁਤ ਤੇਜ਼ੀ ਦੇ ਨਾਲ। ਐਜੀਟੇਟਡ ਮਕੈਨੀਕਲੀ 에ਅਰ ਇਜ਼ ਪੰਪਡ ਇਨਟੂ। ਠੀਕ ਹੈ। ਇਸ ਨੂੰ ਬਹੁਤ ਤੇਜ਼ੀ ਨਾਲ ਰੋਟੇਟ ਕੀਤਾ ਜਾਂਦਾ ਹੈ। ਇਸ ਸਾਰੇ ਦੇ ਵਿੱਚ ਕੀ ਹੁੰਦਾ ਹੈ, ਇੱਕ ਯਾਦ ਰੱਖਣਾ ਗੱਲ, ਅਰੋਬਿਕ ਬੈਕਟੀਰੀਆ। ਠੀਕ ਹੈ। ਤੀਜੇ ਨੰਬਰ ਤੇ ਪ੍ਰੋਡਿਊਸ ਕੀ ਹੋ ਰਿਹਾ, ਇਸ ਦੇ ਵਿੱਚ ਅਰੋਬਿਕ ਬੈਕਟੀਰੀਆ ਪ੍ਰੋਡਿਊਸ ਹੋਣਗੇ। ਠੀਕ ਹੈ। ਕੀ ਹੋਏਗਾ, ਅਰੋਬਿਕ ਬੈਕਟੀਰੀਆ ਪ੍ਰੋਡਿਊਸ ਹੋਣਗੇ। ਦੇ ਆਰ ਕਾਲਡ ਫਲੋਕਸ ਮਾਸਸ ਆਫ ਬੈਕਟੀਰੀਅਮ ਐਸੋਸੀਏਟਡ ਵਿਦ ਫੰਗ। ਠੀਕ ਹੈ। ਜਦੋਂ ਇਹ ਗਰੋ ਕਰਨਗੇ, ਠੀਕ ਹੈ, ਜਦੋਂ ਇਹ ਗਰੋ ਕਰਨਗੇ ਤਾਂ ਇਹ ਕੀ ਕਰਨਗੇ, ਉੱਥੇ ਦੇ ਆਰਗੈਨਿਕ ਮੈਟਰ ਨੂੰ ਯੂਜ਼ ਕਰਨਗੇ। ਜਦੋਂ ਆਰਗੈਨਿਕ ਮੈਟਰ, ਜਿਵੇਂ ਆਰਗੈਨਿਕ ਮੈਟਰ ਨੂੰ ਯੂਜ਼ ਕਰਦੇ ਜਾਣਗੇ, ਉੱਥੇ ਦੀ BOD ਘਟਦੀ ਜਾਏਗੀ। ਹੁਣ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਪੇਪਰ 'ਚ, ਆਮ ਤੌਰ ਤੇ ਪੁੱਛਿਆ ਜਾਣ ਵਾਲਾ ਕੁਐਸਚਨ ਹੈ, ਵਾਟ ਇਜ਼ BOD। BOD ਦਾ ਪੂਰਾ ਨਾਮ ਦੇਖ ਲਓ, ਬਾਇਓਕੈਮੀਕਲ ਆਕਸੀਜਨ ਡਿਮਾਂਡ। ਠੀਕ ਹੈ। BOD ਕੀ ਹੈ, ਅਮਾਉਂਟ ਆਫ ਆਕਸੀਜਨ that would be consumed if all the organic matter in 1 liter of waste water is oxidized by bacteria। ਜੇ ਇਸ ਦੇ ਵਿੱਚ ਮੰਨ ਲਓ 1 ਕਿਲੋ, ਠੀਕ ਹੈ, ਇਹ 1 ਲੀਟਰ ਆਪਾਂ ਲੈ ਲੈਂਦੇ ਹਾਂ ਆਰਗੈਨਿਕ ਮੈਟਰ, ਜਦੋਂ ਕੰਜ਼ਿਊਮ ਕੀਤਾ ਜਾਂਦਾ ਹੈ ਉਸ ਟਾਈਮ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ ਉਸ ਨੂੰ ਅਸੀਂ BOD ਕਹਿੰਦੇ ਹਾਂ। ਜਿੰਨੀ ਜ਼ਿਆਦਾ BOD ਹੋਏਗੀ, ਮੰਨ ਲਓ ਤੁਹਾਡੇ ਕੋਲ ਕੋਈ ਪਾਣੀ ਤੁਹਾਡੇ ਘਰ ਦੇ ਵਿੱਚ ਆਉਂਦਾ, ਤੁਸੀਂ ਵੇਖਣਾ ਵੀ ਪੋਲਿਊਸ਼ਨ ਕਿੰਨਾ ਕੁ ਗੰਦਾ ਹੋ, ਤਾਂ ਉੱਥੇ ਚੈੱਕ ਕੀਤੀ ਜਾਂਦੀ ਹੈ BOD। ਜਿੰਨੀ ਜ਼ਿਆਦਾ BOD ਹੋਏਗੀ ਉਨਾ ਜ਼ਿਆਦਾ ਪਾਣੀ ਪੋਲਿਊਟਡ ਹੋਏਗਾ। ਠੀਕ ਹੈ। ਪਾਣੀ ਉਨਾ ਜ਼ਿਆਦਾ ਪੋਲਿਊਟਡ ਹੋਏਗਾ। ਹੁਣ ਇਹ ਕੀ ਕਰੇਗੀ, ਜਿਹੜਾ ਅਰੋਬਿਕ ਬੈਕਟੀਰੀਆ ਹੈ ਇੱਥੇ ਫਲੋਕਸ ਹੈ, ਉਹ ਕੀ ਕਰਦੇ ਹੈ, ਇਸ ਦੇ ਅੰਦਰ ਆਰਗੈਨਿਕ ਮੈਟਰ ਕੰਜ਼ਿਊਮ ਕਰੀ ਜਾਂਦੇ, ਪਾਣੀ ਨੂੰ ਸਾਫ਼ ਕਰੋ। ਠੀਕ ਹੈ। ਜਦੋਂ ਇਹ ਕੁਝ ਇਹ ਕਰਦੇ ਨੇ, ਉਦੋਂ ਕੀ ਹੁੰਦਾ ਹੈ, ਤੁਹਾਡੇ ਕੋਲ BOD ਟੈਸਟ ਆ ਗਿਆ, ਜਿਹੜਾ ਮੇਜਰ ਹੈ। BOD ਟੈਸਟ ਨੂੰ ਯਾਦ ਵਿੱਚ ਰੱਖਣਾ, ਇਹ ਅਗਲੇ ਇੱਕ ਚੈਪਟਰ ਤੇ ਹੋਰ ਆਪਣੇ ਕੋਲ ਆਏਗਾ ਪੂਰਾ ਦਾ ਪੂਰਾ। BOD ਤੇ DO ਦੇ ਉੱਪਰ ਬੜੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ, ਤੁਸੀਂ ਪਿਛਲੇ ਸਾਲਾਂ ਦੇ ਨਾਲ ਬੱਚੋ ਸਾਰੇ ਪੇਪਰ ਜ਼ਰੂਰ ਕਰੀ ਜਾਓ। ਇਹ ਜਿਹੜੇ ਪੈਸ ਪੂਸ ਦੇ ਟੈਸਟ ਆਈ ਜਿਹੜੇ ਦੇਈ ਤਾਂ ਜਾਓ, ਪਰ ਧਿਆਨ ਰੱਖਣਾ ਵੀ ਐਂਡ 'ਚ ਜਾ ਕੇ ਪੈਸ ਦੇ ਨੰਬਰ ਵੀ ਕਾਊਂਟ ਕਰਨਗੇ, ਪਰ ਐਂਡ 'ਚ ਜਾ ਕੇ ਆਪਣੇ ਜਿਹੜੇ ਨੰਬਰ ਕਾਊਂਟ ਹੋਣਗੇ ਉਹ ਆਪਣੇ ਪੇਪਰ ਦੇ ਕਾਊਂਟ ਹੋਣਗੇ। ਕਿਰਪਾ ਕਰਕੇ ਉਹ ਵੀ ਤਿਆਰੀ ਕਰ ਲਓ। ਹਾਂਜੀ, ਤਾਂ ਇਹ ਤੁਹਾਡੇ ਕੋਲ ਇੱਥੇ ਆ ਗਿਆ। ਹੁਣ ਜਦੋਂ ਵੰਸ BOD ਜਿਹੜੀ ਹੈ ਉਹ ਕਾਫੀ ਰਿਡਿਊਸ ਹੋ ਗਈ, ਠੀਕ ਹੈ, ਤਾਂ ਉਸ ਨੂੰ ਸਾਰੇ ਦੇ ਸਾਰੇ ਚੀਜ਼ ਨੂੰ ਇੱਕ ਸੈਟਲਿੰਗ ਟੈਂਕ ਦੇ ਵਿੱਚ ਪਾ ਦਿੰਦੇ। ਸੈਟਲਿੰਗ ਟੈਂਕ ਦੇ ਵਿੱਚ ਕੀ ਹੈ, ਫਿਰ ਉਹ ਕਾਫੀ ਦੇਰ ਪਿਆ ਰਹਿੰਦਾ ਹੈ। ਨੀਚੇ ਜਿਹੜਾ ਫਿਰ ਕਾਲਾ ਮੈਟਰ ਜੰਮ ਗਿਆ, ਉਸ ਨੂੰ ਕਹਿੰਦੇ ਆ ਹੁਣ ਐਕਟੀਵੇਟਡ ਸਲੱਜ। ਪ੍ਰਾਇਮਰੀ ਸਲੱਜ ਪਹਿਲਾਂ ਆਇਆ ਸੀ ਨਾ ਤੁਹਾਡੇ ਕੋਲ, ਇਹ ਤੇ ਤੁਹਾਨੂੰ ਪ੍ਰਾਇਮਰੀ ਸਲੱਜ ਤੇ ਐਕਟੀਵੇਟਡ ਸਲੱਜ ਦਾ ਡਿਫਰੈਂਸ ਆਉਣਾ ਚਾਹੀਦਾ। ਐਕਟੀਵੇਟਡ ਆ ਜਿਹੜਾ ਐਕਟੀਵੇਟਡ ਸਲੱਜ ਹੈ, ਇਸ ਵਿੱਚ ਬਹੁਤ ਸਾਰੇ ਬੈਕਟੀਰੀਆ ਵੀ ਹੋਣਗੇ, ਫਲੋਕਸ ਵੀ ਹੋਣਗੇ। ਠੀਕ ਹੈ।
ਹੁਣ ਜਿਹੜਾ ਐਕਟੀਵੇਟਡ ਸਲੱਜ ਹੈ ਇਹ ਵਾਲਾ ਇਹ ਇੱਥੇ ਆ ਗਿਆ ਤੁਹਾਡੇ ਕੋਲ, ਇਹ ਵਾਲਾ ਪਾਰਟ ਇੱਕ ਅਲੱਗ ਟੈਂਕ ਦੇ ਵਿੱਚ ਸਲੱਜ ਬਾਹਰ ਕੱਢਤਾ, ਜਿਹੜਾ ਉੱਪਰਲਾ ਲਿਕੁਇਡ ਪਾਰਟ ਹੈ ਉਸ ਨੂੰ ਇੱਕ ਅਲੱਗ ਟੈਂਕ ਦੇ ਵਿੱਚ ਸ਼ਿਫਟ ਕਰਤਾ। ਹੁਣ ਆਪਣੇ ਕੋਲ ਪਹਿਲਾ ਟੈਂਕ 3 ਸੀ, ਇਹ 4 ਹੋ ਗਿਆ, ਇਹ 5ਵੇਂ ਟੈਂਕ ਦੇ ਵਿੱਚ ਆ ਲਿਕੁਇਡ ਆ ਗਿਆ ਜਿਹੜਾ ਕਿ ਕਰੀਬ ਕਲੀਅਰ ਹੈ, ਕਾਫੀ ਕਲੀਅਰ ਹੈ। ਇਸ ਵਿੱਚ ਕੀ ਕਰਦੇ ਆ, ਦੁਬਾਰਾ ਫਿਰ ਥੋੜਾ ਜਿਹਾ ਸਲੱਜ ਇਸ ਵਿੱਚ ਪਾ ਦਿੰਦੇ, ਥੋੜਾ ਜਿਹਾ ਪਾਰਟ ਸਲੱਜ ਦਾ, ਸੇਮ ਮੈਟਰ ਫਿਰ ਚੱਲਦਾ ਹੈ, ਉਸ ਦੇ ਨਾਲ ਕੀ ਹੋਏਗਾ, ਇਹ ਹੋਰ ਵੀ ਕਲੀਅਰ ਹੋ ਜਾਂਦਾ। ਹੁਣ ਇੱਥੇ ਕੀ ਪਾਉਂਦੇ ਹੈ, ਐਨਾਰੋਬਿਕ ਸਲੱਜ ਡਿਸਸਟਰ, ਇਹ ਵਾਲੇ ਬੈਕਟੀਰੀਆ ਪਾਉਂਦੇ। ਇਹ ਜਿਹੜਾ ਐਨਾਰੋਬਿਕ ਬੈਕਟੀਰੀਆ ਹੈ, ਇਹ ਬੈਕਟੀਰੀਆ ਫੰਜਾਈ, ਇਹ ਹੋਰ ਵੀ ਜ਼ਿਆਦਾ ਜਿਹੜੇ ਥੋੜੀ ਬਹੁਤ ਇਸ ਵਿੱਚ ਗੰਦਗੀ ਹੋਏਗੀ ਉਸ ਨੂੰ ਖਤਮ ਕਰ ਦਿੰਦੇ। ਜਦੋਂ ਇਸ ਨੂੰ ਖਤਮ ਕਰਦੇ ਆ, ਜਿਹੜਾ ਆਰਗੈਨਿਕ ਮੈਟਰ ਨੂੰ ਖਤਮ ਕਰਦੇ ਵਿੱਚੋਂ, ਇੱਥੇ ਇਹ ਬਾਇਓ ਗੈਸ ਰਿਲੀਜ਼ ਕਰਦੇ ਆ ਜਿਹੜੀ ਕੈਨ ਬੀ ਯੂਜ਼ਡ ਐਜ਼ ਅ ਸੋਰਸ ਆਫ એનર્ਜੀ। ਬਾਇਓ ਗੈਸ ਵਿੱਚ ਕੀ ਚੀਜ਼ਾਂ, ਮੀਥੇਨ, ਹਾਈਡਰੋਜਨ ਸਲਫਾਈਡ, ਕਾਰਬਨ ਡਾਈਆਕਸਾਈਡ, ਰਾਈਟ, ਕਲੀਅਰ ਹੈ। ਤਾਂ ਇਹ ਪਾਰਟ ਤੁਹਾਡੇ ਕੋਲ ਆ ਗਿਆ, ਇੱਥੋਂ ਤੱਕ ਆ ਗਿਆ। ਹੁਣ ਤੁਸੀਂ ਜਿਹੜਾ ਐਫਲੂਐਂਟ ਹੈ, ਜਿਹੜਾ ਇਹ ਵਾਲਾ ਪਾਰਟ ਤੁਹਾਨੂੰ ਰਹਿ ਗਿਆ, ਤੁਸੀਂ ਇਮੇਜਿਨ ਕਰੋ ਵੀ ਇਸ ਤੋਂ ਬਾਅਦ ਜਿਹੜਾ ਪਾਣੀ ਬਿਲਕੁਲ ਹੀ ਕਲੀਅਰ ਬਣੇਗਾ, ਉਸ ਪਾਣੀ ਨੂੰ ਵਾਟਰ ਬੋਡੀ ਲਾਈਕ ਦਾ ਲਿਵਿੰਗ ਉਸ ਦੇ ਵਿੱਚ ਛੱਡ ਦਿੰਦਾ। ਹੁਣ ਤੁਸੀਂ ਸੋਚ ਕੇ ਦੇਖੋ ਇੱਕ ਕਿੰਨਾ ਗੰਦਾ ਮੈਟਰ ਸੀਗਾ ਜਿਸ ਨੂੰ ਮਾਈਕਰੋਬਸ ਨੇ ਕੀ ਕੀਤਾ, ਬਿਲਕੁਲ ਕ੍ਰਿਸਟਲ ਕਲੀਅਰ ਵਾਟਰ ਬਣਾਤਾ। ਨਾਲ ਉਸ ਤੋਂ ਕੀ ਬਣਿਆ, ਤੁਹਾਡੇ ਕੋਲ ਜਿਹੜੀ ਪ੍ਰਾਇਮਰੀ ਸਲੱਜ ਬਣੀ, ਉਹ ਖੇਤਾਂ ਵਿੱਚ ਖਾਦ ਦੇ ਰੂਪ ਚ ਤੁਸੀਂ ਵਰਤ ਸਕਦੇ ਹੋ, ਤੇ ਜਿਹੜੀ ਨਾਲ ਤੁਹਾਡੇ ਕੋਲ ਕੀ ਬਣ ਗਈ, ਇੱਕ ਬਾਇਓ ਗੈਸ ਬਣ ਗਈ। ਦਿਸ ਇਜ਼ ਦ ਰੋਲ ਆਫ ਬੈਕਟੀਰੀਆ ਇਨ योर लाइफ। ठीक है, समझ आ गया पार्ट। चलो अपने आप ਨੂੰ अनम्यूट करो, शक्ला दिखाओ जरा मैनू हुण अपनियां। हाँ जी, चैप्टर समझ आ गया हुण? आ गई। फिर तो पढ़ना है कि ट्यूशन तो पढ़ना है? ट्यूशन ते तां लगी नहीं हुई जी, हैं ट्यूशन ते तां लगी नहीं हुई जी। बायो कौन पढ़ता है? आया करी पढ़दे जी, हैं कल पढ़दे परसों जी। काम नवेड़ के हटे जी, हले मसा ही अच्छा, और सब्जेक्ट दा जी। ठीक है, पढ़ लो, पता चले कदे प्रॉब्लम क्रिएट करी जाओ तुसी।